ਮਹਾਰਾਜ ਜੀ ਨੇ ਉਹਨਾਂ ਦੇ ਕੋਲ ਬੈਠ ਕੇ ਉਚਾਰਨ ਕੀਤੀਆਂ। ਇਹ ਮਹਾਂਪੁਰਖ ਵਿਦਵਾਨ ਸੱਜਣ ਬਿਆਨ ਕਰਦੇ, ਸੰਪਰਦਾਇ ਗਿਆਨੀ ਮਹਾਂਪੁਰਖ, ਕਿ ਆਸਾ ਦੀ ਵਾਰ ਦੀਆਂ ਪਹਿਲੀਆਂ 9 ਪੌੜੀਆਂ ਗੁਰੂ ਨਾਨਕ ਮਹਾਰਾਜ ਜੀ ਨੇ ਸ਼ੇਖ ਬ੍ਰਹਮ ਕੋਲ ਉਚਾਰਨ ਕੀਤੀਆਂ। ਹੋਰ ਬਹੁਤ ਗੋਸ਼ਟ ਹੋਈ। ਬਾਬਾ ਸ਼ੇਖ ਫਰੀਦ ਦੇ ਜਿਹੜੇ ਸ਼ਲੋਕ ਹਨ ਉਹ ਵੀ ਸ਼ਲੋਕ ਮਹਾਰਾਜ ਨਾਲ ਲੈ ਕੇ ਆਏ। ਤੇ ਇਸ ਤਰ੍ਹਾਂ ਹੁਣ ਮਹਾਰਾਜ ਇਸ ਤੋਂ ਅੱਗੇ ਬਗਦਾਦ ਦਾ ਇਲਾਕਾ ਆ ਗਿਆ ਹੈ। ਆਓ ਬਗਦਾਦ ਪਹੁੰਚ ਕੇ ਗੁਰੂ ਨਾਨਕ ਮਹਾਰਾਜ ਕੀ ਭਾਣਾ ਵਰਤਾ ਰਹੇ ਹਨ। ਉੱਥੇ ਮੁਸਲਮਾਨਾਂ ਨੂੰ ਹੈ ਸਭ ਰੱਬ ਦੇ ਪਿਆਰੇ ਹਨ, ਉਹਨਾਂ ਪਿਆਰਿਆਂ ਨੂੰ ਮਹਾਰਾਜ ਕਿਵੇਂ ਰੱਬ ਦੇ ਨਾਮ ਨਾਲ ਜੋੜ ਰਹੇ ਹਨ ਕਿ ਸਾਰੇ ਪਤਾਲਾਂ ਕਾਸ਼ਾਂ ਵਿੱਚ ਇੱਕੋ ਹੀ ਪਰਮਾਤਮਾ ਹੈ। ਇਹ ਗਿਣਤੀ ਮਿਣਤੀ ਨਹੀਂ। ਪਾਤਾਲਾ ਪਾਤਾਲ ਲੱਖ, ਆਗਾਸਾ ਆਗਾਸ, ਓੜਕ ਓੜਕ ਭਾਲ ਥਕੇ, ਵੇਦ ਕਹਿਨ ਇੱਕ ਬਾਤ। ਆਓ ਐਸੀ ਬ੍ਰਹਮ ਦੀ ਵਿਚਾਰ ਗੁਰੂ ਨਾਨਕ ਮਹਾਰਾਜ ਆਪ ਬਗਦਾਦ ਦੇ ਇਲਾਕੇ 'ਚ ਮਹਾਰਾਜ ਫੈਲਾ ਰਹੇ ਹਨ। ਆਓ ਸਾਰੇ ਗੁਰੂ ਕੇ ਪਿਆਰੇ ਆਪਣੀ ਸੁਰਤੀ ਬਿਰਤੀ ਇਕਾਗਰ ਕਰੀਏ ਅਤੇ ਸ਼ਰਧਾ ਸਤਿਕਾਰ ਨਾਲ ਉਚਾਰਨ ਕਰੋ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਰਬ ਰਸਨ ਤੇ ਰਸ ਭਲਾ, ਸਾਧ ਲਈ ਜੋ ਕੋਈ। ਮਹਾਕਵੀ ਭਾਈ ਸੰਤੋਖ ਸਿੰਘ ਜੀ ਚੂੜਾਮਣ ਕਵੀ ਇਸ ਅਧਿਆਇ ਨੂੰ ਆਰੰਭ ਕਰਦੇ ਹੋਏ ਪਹਿਲਾ ਮੰਗਲਾਚਰਨ ਕਰ ਰਹੇ ਹਨ ਕਿ ਇਹ ਮੇਰੇ ਮਨਾ, ਰਸ ਤਾਂ ਦੁਨੀਆ ਤੇ ਬੜੇ ਹਨ। ਰਸ ਰੂਪਾ, ਰਸ ਕਾਮਣ, ਰਸ ਪਰਮਲ ਕੀ ਵਾਸ, ਇਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ। ਬਹੁਤ ਰਸ ਹਨ। ਅੱਖਾਂ ਵੀ ਰਸ ਨੂੰ ਖਾਲਸਾ ਜੀ ਵੇਖਦੀਆਂ, ਕੰਨ ਵੀ ਰਸ ਨੂੰ ਮਾਣਦੇ ਹਨ, ਜੀਭ ਸਾਰੇ ਰਸਾਂ ਤੋਂ ਭਲਾ ਰਸ ਕਿਹੜਾ ਹੈ ਭਾਈ? ਰੱਬ ਦੇ ਨਾਮ ਦਾ ਰਸ ਹੈ। ਸਰਬ ਰਸਨ ਤੇ ਰਸ ਭਲਾ, ਸਾਰੇ ਰਸਾਂ ਤੋਂ ਅੱਖਾਂ ਵੇਖਦੀਆਂ ਰਸ ਲੈਂਦੀਆਂ, ਸਰੂਪ ਨੂੰ ਅੱਖਾਂ ਸਪਰਸ਼ ਕਰਕੇ ਛੂਹਣਾ ਚਾਹੁੰਦੀ ਹੈ, ਮੈਂ ਛੂਹਾਂ ਰਸ ਲਵਾਂ। ਕੰਨ ਸੁਣਨ ਦਾ ਰਸ ਲੈਂਦੇ ਹਨ, ਅੱਖੀਂ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਕੰਨੀ ਸੁਣ ਸੁਣ ਜੀਵਿਆ ਰੋ ਬਣਤੈ ਹਾਸੇ, ਸਾਦੀ ਜੀਵ ਨਾ ਰੱਜੀਆਂ ਕਰ ਭੋਗ ਬਿਲਾਸੇ। ਇਹ ਸਾਰੇ ਜਿਹੜੇ ਜਿਤਨੇ ਗਿਆਨ ਇੰਦਰੇ ਕਰਮ ਇੰਦਰੇ ਇਹ ਰਸ ਮਾਣਦੇ ਹਨ। ਪਰ ਮਨਾ ਸਾਰੇ ਰਸਾਂ ਤੋਂ ਭਲਾ ਰਸ ਕਿਹੜਾ ਹੈ ਜਿਹੜਾ ਉਹਦਾ ਸਵਾਦ ਕੋਈ ਲੈ ਲਵੇ? ਸ਼੍ਰੀ ਗੁਰਮੁਖ ਤੇ ਨਾਮ ਸੁਨ, ਜਪੇ ਸਦਾ ਸੁਖ ਹੋਏ। ਸ਼੍ਰੀ ਜੋ ਸ਼੍ਰੋਮਣੀ ਹਨ, ਗੁਰੂ ਮਹਾਰਾਜ ਕਾਲ ਪੁਰਖ ਵਾਹਿਗੁਰੂ ਪਰਮੇਸ਼ਰ, ਉਹਨਾਂ ਦੇ ਜਿਹੜੇ ਸਰੂਪ ਹਨ ਗੁਰੂ ਨਾਨਕ ਮਹਾਰਾਜ, ਗੁਰੂ ਕਲਗੀਧਰ ਪਿਤਾ, 10 ਗੁਰੂ ਸਾਹਿਬਾਨ, ਉਹਨਾਂ ਦੇ ਮੁਖ ਤੋਂ ਭਾਈ ਜਿਹੜਾ ਨਾਮ ਰਸ ਨੂੰ ਸੁਣੇਗਾ, ਸ੍ਰੀ ਗੁਰਮੁਖ ਤੇ ਨਾਮ ਸੁਨ, ਜਿਹੜਾ ਸੁਣ ਕੇ ਹਮੇਸ਼ਾ ਜਪੇਗਾ ਵਾਹਿਗੁਰੂ, ਉਹਦਾ ਭਲਾ ਹੋਵੇਗਾ ਭਾਈ। ਉਹਨੂੰ ਸੁਖ ਦੀ ਦਾਤ ਮਿਲੇਗੀ, ਉਹਨੂੰ ਆਨੰਦ ਮਿਲੇਗਾ। ਸਭ ਤੋਂ ਜ਼ਿਆਦਾ ਰਸ ਕਿਹਦੇ ਵਿੱਚ ਹੈ ਭਾਈ? ਨਾਮ ਦੇ ਵਿੱਚ ਹੈ, ਬੰਦਗੀ ਵਿੱਚ ਹੈ। ਇਹੀ ਬੰਦਗੀ ਬੰਦੇ ਨੂੰ ਸਹਿਜ ਰਸ ਵਿੱਚ ਲੈ ਜਾਂਦੀ ਹੈ, ਜਿਹਨੂੰ ਕਬੀਰ ਸਾਹਿਬ ਨੇ ਆਖਿਆ ਹੈ, ਰਾਮ ਰਸ ਪੀਆਰੇ ਜਿਹ ਰਸ ਬਿਸਰ ਗਏ ਰਸ ਔਰ। ਉਹ ਰਾਮ ਰਸ ਹੈ ਭਾਈ, ਆਤਮ ਰਸ ਹੈ, ਜਿਹੜਾ ਉਹਨੂੰ ਮਾਣ ਲਵੇ ਬਾਕੀ ਸਭ ਰਸ ਉਹਨੂੰ ਭੁੱਲ ਜਾਂਦੇ ਹਨ। ਜੋ ਪਈ ਸ਼੍ਰੀ ਅੰਗਦ
ਸੁਨ ਕਥਾ ਰਸਾਲਾ। ਤੇ ਭਾਈ ਬਾਲਾ ਜੀ ਫਰਮਾਨ ਕਰਦੇ, ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ, ਰਸ ਵਾਲੀ ਕਥਾ ਆਪ ਜੀ ਸ਼ਰਵਣ ਕਰੋ। ਜਿਸ ਮੈਂ ਮਾਰਗ ਮੁਕਤ ਵਿਸਾਲਾ। ਤੇ ਇਸ ਕਥਾ ਵਿੱਚ ਮੁਕਤੀ ਦਾ ਮਾਰਗ ਹੈ। ਜਿਹੜਾ ਜਿਹੜਾ ਕਥਾ ਸੁਣਦਾ ਜਾਂਦਾ ਹੈ ਉਹ ਮੁਕਤੀ ਦੇ ਰਸਤੇ ਵੱਲ ਜਾਂਦਾ ਹੈ, ਅਖੀਰ ਮੁਕਤੀ ਨੂੰ ਪ੍ਰਾਪਤ ਕਰਦਾ ਹੈ। ਦੀਨ ਬੰਧੂ ਕੀਨੋ ਪ੍ਰਸਥਾਨਾ। ਦੀਨਾਂ ਦੇ ਬੰਧੂ ਗੁਰੂ ਨਾਨਕ ਮਹਾਰਾਜ ਜੀ ਨੇ ਅੱਗੇ ਚਾਲੇ ਪਾਏ। ਜਹਾਂ ਦੇਸ਼ ਬਗਦਾਦ ਮਹਾਨਾ। ਜਿੱਥੇ ਬਗਦਾਦ ਬਹੁਤ ਵੱਡਾ ਦੇਸ਼ ਹੈ ਖਾਲਸਾ ਜੀਓ, ਤੇ ਉਸ ਦੇਸ਼ ਵਿੱਚ ਮਹਾਰਾਜ ਜੀ ਪਹੁੰਚੇ ਹਨ। ਦਸਤਗੀਰ ਤੈ ਪੀਰ ਰਹੇ। ਉੱਥੇ ਵੱਡਾ ਪੀਰ ਹੈ ਦਸਤਗੀਰ, ਇਹ ਪੀਰ ਉੱਥੇ ਨਿਵਾਸ ਕਰਦਾ ਹੈ। ਸਭ ਨਰ ਤੈ ਕੀ ਸੇਵ ਕਰੇ। ਤੇ ਜਿਤਨੇ ਬਗਦਾਦ ਦੇ ਨਿਵਾਸੀ ਹਨ, ਬਗਦਾਦ ਦੇ ਮੁਸਲਮਾਨ ਹਨ, ਉਹ ਸਾਰੇ ਦਸਤਗੀਰ ਪੀਰ ਦੀ ਸੇਵਾ ਕਰਦੇ ਹਨ। ਆਇਸ ਵਿਖੇ ਰਹਿਤ ਦਿਨ ਰਾਤੀ। ਦਿਨ ਰਾਤ ਜੋ ਪੀਰ ਆਖਦਾ ਹੈ ਉਹਦੀ ਗੱਲ ਮੰਨਦੇ ਹਨ। ਸਤ ਬਚਨ ਕਹਿੰਦੇ ਹਨ। ਜੇ ਕਹਿ ਦੇਵੇ ਜੀ ਰਾਤ ਹੈ ਤਾਂ ਰਾਤ ਹੈ, ਜੇ ਉਹ ਕਹਿ ਦੇਵੇ ਦਿਨ ਹੈ ਤਾਂ ਦਿਨ ਹੈ, ਉਹਦਾ ਬਚਨ ਨਹੀਂ ਮੋੜਦੇ। ਸਾਰੀ ਜਨਤਾ ਬਗਦਾਦ ਦੇ ਜਿਤਨੇ ਨਿਵਾਸੀ ਹਨ ਉਹ ਸਾਰੇ 10 ਪੀਰ ਦੀ ਆਗਿਆ ਵਿੱਚ ਰਹਿੰਦੇ ਹਨ। ਇਸ ਮੈਂ ਅਜ਼ਮਤ ਵੱਡ ਬਖਿਆਤੀ। ਤੇ ਖਾਲਸਾ ਜੀ ਜਾਣਦੇ ਹਨ ਕਿ ਸਾਡੇ ਪੀਰ 'ਚ ਬੜੀ ਕਲਾ ਹੈ, ਬਹੁਤ ਬਖਸ਼ਿਸ਼ ਹੈ, ਇਹਦੇ ਕੋਲ ਬੜੀ ਵੱਡੀ ਕਰਾਮਾਤ ਹੈ। ਜਸ ਉਪਦੇਸ਼ ਦੇਤ ਤਿਸ ਦੇਸ਼ਾ। ਤੇ ਜੀਵੇ ਜੀਵੇ ਦਾ ਉਪਦੇਸ਼ ਇਹ ਦੁਨੀਆ ਨੂੰ ਦਿੰਦਾ ਹੈ, ਆਪਣੇ ਇਲਾਕੇ ਨੂੰ ਦਿੰਦਾ ਹੈ। ਤਸ ਕਰਈ ਸਭ ਸਹਿਤ ਨਰੇਸ਼ਾ। ਰਾਜੇ ਸਮੇਤ ਸਹਿਤ ਨਰੇਸ਼ਾ, ਰਾਜਾ ਵੀ ਤੇ ਪ੍ਰਜਾ ਵੀ ਇਸ ਉਪਦੇਸ਼ ਨੂੰ ਕਮਾਉਂਦੇ ਹਨ। ਜਾਂ ਕੀ ਬਹੁਤ ਮੁਰੀਦ ਅਗਾਰੀ। ਤੇ ਦਸਤਗੀਰ ਆਪ ਬੜਾ ਵੱਡਾ ਪੀਰ, ਅੱਗੇ ਦੇ ਹੋਰ ਮੁਰੀਦ ਬੜੇ ਹਨ, ਬਹੁਤ ਚੇਲੇ ਹਨ। ਸੇਵੈ ਸਦ ਆਇਸ ਅਨੁਸਾਰੀ। ਤੇ ਹਮੇਸ਼ਾ ਇਸ ਪੀਰ ਦੀ ਸੇਵਾ ਕਰਦੇ, ਇਹਦੀ ਆਗਿਆ ਵਿੱਚ ਰਹਿ ਕੇ ਇਹਦਾ ਹੁਕਮ ਮੰਨਦੇ ਹਨ। ਤੈ ਕੋ ਮਾਨ ਹਰਨ ਗੁਣ ਖਾਨੀ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਐਸੇ ਵੱਡੇ ਵੱਡੇ ਕਰਾਮਾਤੀ ਪੀਰਾਂ ਦਾ ਮਾਣ ਦੂਰ ਕਰਨ ਲਈ, ਉਹਨਾਂ ਦਾ ਅਹੰਕਾਰ ਦੂਰ ਕਰਨ ਲਈ, ਉਹਨਾਂ ਨੂੰ ਸਿੱਧੇ ਰਸਤੇ ਪਾਉਣ ਲਈ। ਸਿੱਧਾ ਰਸਤਾ ਕਿਹੜਾ? ਰੱਬ ਦਾ ਰਸਤਾ। ਇਹ ਰਿੱਧ ਸਿੱਧ ਅਵਰਾ ਸਾਧ ਹੋਰ ਸਵਾਦਾਂ ਤੋਂ ਹਟਾਉਣ ਲਈ ਗੁਰੂ ਨਾਨਕ ਮਹਾਰਾਜ ਜੀ ਪ੍ਰਾਪਤ ਪਏ ਜਹਾਂ ਰਾਜਧਾਨੀ। ਜਿੱਥੇ ਉਹਦੀ ਰਾਜਧਾਨੀ ਹੈ, ਬਗਦਾਦ ਹੈ, ਮਹਾਰਾਜ ਉੱਥੇ ਪਹੁੰਚੇ ਹਨ। ਪੁਰ ਤੇ ਵੈਰ ਰੁਚਰ ਜਲ ਹੀਰਾ। ਸ਼ਹਿਰ ਤੋਂ ਬਾਰ-ਬਾਰ ਮਹਾਰਾਜ ਜੀ ਨੇ ਜਲ ਦਾ ਟਿਕਾਣਾ ਵੇਖਿਆ ਕਿ ਪਾਤਸ਼ਾਹ ਸ਼ਹਿਰ ਤੋਂ ਬਾਰ-ਬਾਰ ਹੀ ਨਿਵਾਸ ਕਰਦੇ ਸਨ। ਜਿੱਥੇ ਜਲ ਮਿਲ ਜਾਵੇ, ਬਾਗ ਬਗੀਚਾ ਹੋਵੇ, ਉੱਥੇ ਮਹਾਰਾਜ ਜੀ ਨੇ ਟਿਕਾਣਾ ਕੀਤਾ ਹੈ। ਬੈਠ ਗਏ ਤੈਂ ਕਰ ਕੇ ਡੇਰਾ। ਤੇ ਪਾਤਸ਼ਾਹ ਆਪਣਾ ਟਿਕਾਣਾ ਕਰਕੇ ਉਸ ਥਾਂ ਤੇ ਬੈਠ ਗਏ। ਜਬ ਇੱਕ ਰਜਨੀ ਸਕਲ ਬਿਤਾਈ। ਜਦੋਂ ਇੱਕ ਰਾਤ ਉੱਥੇ ਬਤੀਤ ਕੀਤੀ ਮਹਾਰਾਜ ਜੀ ਨੇ। ਜਾਗੇ ਪ੍ਰਭੂ ਭੋਰ ਹੋਏ ਆਈ। ਅੰਮ੍ਰਿਤ ਵੇਲਾ ਹੋਇਆ, ਮਹਾਰਾਜ ਜਾਗੇ ਹਨ ਤੇ ਫਿਰ ਥੋੜਾ ਦਿਨ ਚੜ੍ਹਨਾ ਸ਼ੁਰੂ ਹੋਣ ਲੱਗਾ। ਕਰ ਇਸ਼ਨਾਨ ਪੜੀ ਮੁਖ ਬਾਨੀ। ਤੇ ਮਹਾਰਾਜ ਜੀ ਨੇ ਇਸ਼ਨਾਨ ਕੀਤਾ। ਜਲ ਜਿੱਥੇ ਸੀ ਉੱਥੇ ਇਸ਼ਨਾਨ ਕਰ ਲਿਆ ਪਾਤਸ਼ਾਹ ਨੇ। ਇਸ਼ਨਾਨ ਕਰਕੇ ਮਹਾਰਾਜ ਆਪਣੇ ਮੁਖਾਰ ਬਿੰਦ ਤੋਂ ਬਾਣੀ ਦਾ ਜਾਪ ਕਰ ਰਹੇ ਹਨ। ਸ਼੍ਰੀ ਕਰਤਾਰ ਸਿਫਤ ਮੈਂ ਸਾਨੀ। ਜਿਹੜੀ ਬਾਣੀ ਪ੍ਰਮਾਤਮਾ ਦੀ ਸਿਫਤ ਵਿੱਚ ਮਿਲੀ ਹੋਈ ਹੈ, ਸਾਨੀ ਕਹਿੰਦੇ ਮਿਲੀ ਹੋਈ ਹੈ, ਰੱਬ ਦੀ ਸਿਫਤ ਵਿੱਚ ਹੈ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਐਸੀ ਅੰਮ੍ਰਿਤਮਈ ਬਾਣੀ ਦਾ ਮਹਾਰਾਜ ਜਾਪ ਕਰ ਰਹੇ ਹਨ। ਲੱਖ ਪਾਤਾਲ ਲੱਖ ਆਕਾਸ਼। ਤੇ ਉੱਥੇ ਮਹਾਰਾਜ ਨੇ ਇੱਕ ਸ਼ਬਦ ਉਚਾਰਨ ਕੀਤਾ। ਇਹ ਜਿਹੜੀ ਜਪਜੀ ਸਾਹਿਬ ਦੀ ਬਾਣੀ ਹੈ ਨਾ, ਇਹ ਬਾਣੀ ਮਾਲਾ ਮੰਤਰ ਬਣੀ ਬਾਅਦ ਵਿੱਚ, ਕਿਉਂਕਿ ਪਹਿਲਾਂ ਇਹਦੇ ਵੱਖ-ਵੱਖ ਸ਼ਬਦ ਸਨ ਖਾਲਸਾ ਜੀ। ਤੇ ਮਹਾਰਾਜ ਜੀ ਨੇ ਉੱਥੇ ਇੱਕ ਸ਼ਬਦ ਦਾ ਉਚਾਰਨ ਕੀਤਾ, ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ।
ਓੜਕ ਓੜਕ ਭਾਲ ਥਕੇ, ਵੇਦ ਕਹਿਨ ਇਕ ਬਾਤ, ਸਹਿਜ 18 ਕਹਿਨ ਕਤੇਬਾ, ਅਸਲੂ ਇਕ ਧਾਤ, ਲੇਖਾ ਹੋਏ ਤਾ ਲਿਖੀਐ, ਲੇਖੈ ਹੋਏ ਵਿਨਾਸ਼, ਨਾਨਕ ਵੱਡਾ ਆਖੀਐ। ਉਹ ਆਪ ਹੀ ਵੱਡਾ ਭਾਈ। ਜਦੋਂ ਇਸ ਤਰ੍ਹਾਂ ਮਹਾਰਾਜ ਜੀ ਨੇ ਇਹ ਸ਼ਬਦ ਉਚਾਰਨ ਕੀਤਾ, ਇਹ ਜਬ ਸ਼ਬਦ ਪੜਿਓ ਸੁਖ ਰਾਸ, ਸੁੱਖਾਂ ਦੇ ਰਾਸ ਗੁਰੂ ਨਾਨਕ ਮਹਾਰਾਜ ਜੀ ਨੇ ਜਦੋਂ ਇਹ ਸ਼ਬਦ ਆਪਣੇ ਮੁਖਾਰ ਬਿੰਦ ਤੋਂ ਪੜਿਆ ਹੈ, ਏਕ ਮੁਰੀਦ ਪੀਰ ਕੋ ਆਇੰ, ਦਸਤਗੀਰ ਪੀਰ ਦਾ ਇੱਕ ਚੇਲਾ, ਉਹ ਖਾਲਸਾ ਜਲ ਲੈਣ ਲਈ ਉਸੇ ਸੋਮੇ ਦੇ ਕੋਲ ਆ ਗਿਆ। ਹਿਤ ਮੱਜਨ ਕੇ ਜਲ ਜੈ ਥਾਇੰ, ਜਿੱਥੇ ਇਸ਼ਨਾਨ ਕਰਨਾ ਸੀ ਉਹਨੇ, ਗੁਰੂ ਨਾਨਕ ਪਾਤਸ਼ਾਹ ਵੀ ਉੱਥੇ ਹੀ ਨਿਵਾਸ ਕਰਦੇ ਸਨ, ਤੇ ਪਾਣੀ ਲਈ ਉੱਥੇ ਆ ਗਿਆ। ਸੁਨਿਓ ਸ਼੍ਰੋਨ ਮੈਂ ਏ ਪਦ ਤਾਈ, ਜਦੋਂ ਮਹਾਰਾਜ ਜੀ ਪੰਕਤੀਆਂ ਉਚਾਰ ਰਹੇ ਸਨ, ਪਾਤਾਲਾ ਪਾਤਾਲ, ਲੱਖ ਆਗਾਸਾ ਆਗਾਸ, ਲੈ ਵਿੱਚ ਆਖੀ ਮਾਰ, ਰਾਗ ਵਿੱਚ। ਜਪਜੀ ਸਾਹਿਬ ਦੀ ਬਾਣੀ ਵੈਸੇ ਰਾਗ ਵਿੱਚ ਨਹੀਂ, ਪਰ ਪਾਤਸ਼ਾਹ ਜੀ ਰਾਗ ਵਿੱਚ ਕਹਿੰਦੇ ਇੱਕ ਲਹਿ ਧੁਨ ਵਿੱਚ ਗਾ ਰਹੇ ਸਨ। ਬਸ ਜਦੋਂ ਉਸ ਮੁਰੀਦ ਨੇ ਗੁਰੂ ਪਾਤਸ਼ਾਹ ਦਾ ਇਹ ਸ਼ਬਦ, ਇਹ ਪੰਕਤੀਆਂ ਸੁਣੀਆਂ ਹਨ, ਬਿਸਮਰਿਓ ਆਪਣੇ ਮਨ ਮਾਈ, ਬੜਾ ਹੈਰਾਨ ਹੋਇਆ ਉਹ ਮੁਰੀਦ, ਉਹ ਚੇਲਾ, ਇਹ ਕੀ ਗਾ ਰਹੇ ਹਨ। ਇਹ ਕਿਆ ਕੁਪਰ ਬਕਤ ਹੈ ਕੋਈ, ਇਹ ਕੋਈ ਕਾਫਰ ਆਇਆ ਹੈ, ਇਹ ਕਾਫਰ ਕੋਈ ਝੂਠ ਬੋਲਦਾ ਪਿਆ। ਕੁਫਰ ਕਹਿੰਦੇ ਝੂਠ, ਇਹ ਕਾਫਰ ਕੋਈ ਝੂਠ ਬਕ ਰਿਹਾ ਹੈ। ਲੱਗਦਾ ਹੈ ਕੋਈ ਹਿੰਦੂਆਂ ਦਾ ਪੀਰ ਹੋਵੇਗਾ, ਕਾਫਰ ਹੈ, ਗੈਰ ਮੁਸਲਮਾਨ ਹੈ, ਇਹ ਝੂਠ ਬੋਲਦਾ ਪਿਆ ਹੈ। ਕਯੋ ਕੁਰਾਨ ਕਿਤਾਬ ਨ ਸੋਈ, ਸਾਡੇ ਕੁਰਾਨ ਵਿੱਚ ਇਹ ਗੱਲ ਨਹੀਂ ਲਿਖੀ ਹੋਈ ਜਿਹੜਾ ਇਹ ਆਖਦਾ ਪਿਆ ਹੈ। ਕੁਰਾਨ ਕਹਿੰਦੇ ਖਾਲਸਾ ਪਵਿੱਤਰ ਧਰਮ ਗ੍ਰੰਥ ਹੈ ਇਹਨਾਂ ਦਾ, ਉਹਨੂੰ ਕਿਤਾਬ ਕਹਿੰਦੇ, ਕਿਉਂਕਿ ਇਹਨਾਂ ਦੇ ਖਾਲਸਾ ਡਿਕਸ਼ਨਰੀ ਵਿੱਚ ਗ੍ਰੰਥ ਸ਼ਬਦ ਨਹੀਂ ਹੈ, ਇਹ ਕਿਤਾਬ ਹੀ ਕਹਿੰਦੇ। ਹੋਲੀ ਬੁੱਕ, ਕਿਤਾਬ, ਪਵਿੱਤਰ ਕੁਰਾਨ, ਪਵਿੱਤਰ ਕਿਤਾਬ ਕਹਿੰਦੇ। ਕਿ ਸਾਡੀ ਕਿਤਾਬ ਵਿੱਚ ਇਸ ਤਰ੍ਹਾਂ ਦਾ ਕੋਈ ਸ਼ਬਦ ਹੈ ਹੀ ਨਹੀਂ, ਨਾ ਪਤਾਲ ਅਤੇ ਆਕਾਸ਼ ਪਾਤਸ਼ਾਹ ਕਹਿੰਦੇ ਲੱਖਾਂ ਹੀ ਹਨ। ਇਹ ਲੱਖਾਂ ਕਿਉਂ ਕਹਿ ਰਹੇ ਹਨ? ਸਾਡੇ ਗ੍ਰੰਥ 'ਚ ਇਹ ਲਿਖਿਆ ਹੀ ਨਹੀਂ। ਤਰਕ ਕਰਤੇ ਅਸ ਗਇਓ ਸਮੀਪਾ, ਇਸ ਤਾਂ ਸੜਦਾ ਬਲਦਾ ਕਿੰਤੂ ਕਰਦਾ ਆਪਣੇ ਪੀਰ ਕੋਲ ਚਲਾ ਗਿਆ। ਜੈ ਬੈਠੇ ਬੇਦੀ ਕੁਲ ਦੀਪਾ, ਤੇ ਖਾਲਸਾ ਪਹਿਲਾਂ ਤੋਂ ਸੁਣਿਆ ਨਾ, ਸੁਣ ਕੇ ਮਹਾਰਾਜ ਦੇ ਨੇੜੇ ਆ ਗਿਆ ਪੀਰ ਦਾ ਚੇਲਾ, ਵੀ ਥੋੜਾ ਪਤਾ ਤਾਂ ਕਰਾਂ ਵੀ ਕੌਣ ਹੈ। ਜਿੱਥੇ ਬੇਦੀ ਕੁਲ ਦੇ ਦੀਪਕ ਗੁਰੂ ਨਾਨਕ ਮਹਾਰਾਜ ਬੈਠੇ ਸਨ, ਤੇ ਮਹਾਰਾਜ ਦੇ ਨੇੜੇ ਆ ਗਿਆ। ਤੈ ਚਿਨ ਗਾਨ ਲਗਿਓ ਮਰਦਾਨਾ, ਤੇ ਮਰਦਾਨਾ ਜੀ ਫਿਰ ਗਾਣ ਲੱਗੇ ਖਾਲਸਾ ਜੀ। ਮਰਦਾਨਾ ਜੀ ਖਾਲਸਾ ਰਬਾਬ ਲੈ ਕੇ ਉਹ ਸ਼ਬਦ ਦਾ ਗਾਇਨ ਕਰਨ ਲੱਗੇ। ਵਾਏ ਰਬਾਬ ਸਿਫਤ ਭਗਵਾਨਾ, ਜਦੋਂ ਰਬਾਬ ਵਜਾਈ ਤੇ ਪ੍ਰਮਾਤਮਾ ਦੀ ਸਿਫਤ ਵਿੱਚ ਇਹ ਗਾਇਨ ਕੀਤਾ ਹੈ। ਕਰੋ ਹੋਏ ਸੁਨ ਕੈ ਚਿਰਤਾਈ, ਤੇ ਬਹੁਤ ਸਮਾਂ ਖੜਿਆ ਰਿਹਾ, ਸੁਣਦਾ ਰਿਹਾ, ਤੇ ਸੁਣ ਸੁਣ ਕੇ ਗਮਨਿਓ ਬੌਰ ਪੀਰ ਨਿਜ ਥਾਈ, ਬੋਲਿਆ ਕੁਛ ਨਾ, ਨੇੜੇ ਆ ਕੇ ਸੁਣਦਾ ਰਿਹਾ। ਤੇ ਫਿਰ ਆਪਣੇ ਪੀਰ ਦੇ ਕੋਲ ਜਾ ਕੇ ਕਹਿਣ ਲੱਗਾ, ਅਵਸਰ ਪਾਏ ਸੋ ਬੂਜਨ ਕੀਨਾ। ਜਦੋਂ ਪੀਰ ਨੇ ਵੇਖਿਆ ਕਿ ਮੇਰਾ ਚੇਲਾ ਆ ਗਿਆ, ਕੁਛ ਕਹਿਣਾ ਚਾਹੁੰਦਾ ਹੈ, ਤੇ ਮੌਕਾ ਖਾਲਸਾ ਜੀ ਉਹ ਪਾ ਕੇ ਨਾ, ਪੀਰ ਨੇ ਪੁੱਛਿਆ, ਦੱਸ ਭਾਈ ਕਿੱਥੋਂ ਆਇਆ, ਕੀ ਗੱਲ ਬਣ ਗਈ, ਚਿਹਰਾ ਤੇਰਾ ਘਬਰਾਇਆ ਹੋਇਆ ਹੈ। ਤੇ ਇਹ ਕਹਿਣ ਲੱਗਾ, ਹਜ਼ਰਤ ਸੁਨੋ ਕੁਫਰ ਇੱਕ ਪੀਨਾ। ਐ ਪੀਰ ਜੀ, ਐ ਹਜ਼ਰਤ ਜੀ, ਸੁਣੋ ਇੱਕ ਗੱਲ ਮੇਰੀ। ਮੈਂ ਹੁਣੇ ਹੁਣੇ ਵੇਖ ਕੇ ਆਇਆ, ਆਪਣੇ ਸ਼ਹਿਰ ਵਿੱਚ ਇੱਕ ਕਾਫਰ ਆ ਗਿਆ ਹੈ, ਤੇ ਕਾਫਰ ਉਹ ਝੂਠ ਬੋਲਦਾ ਪਿਆ ਹੈ। ਹਿੰਦ ਫਕੀਰ ਵੈਰ ਹੈ ਬੈਸਾ, ਆਪਣੇ ਸ਼ਹਿਰ ਦੇ ਬਾਰ-ਬਾਰ ਇੱਕ ਹਿੰਦੂਆਂ ਦਾ ਪੀਰ ਬੈਠਾ ਹੈ। ਬਕਿਓ ਬਕਾਓ ਕੁਫਰ ਤਿਨ ਐਸਾ, ਪਤਾ ਨਹੀਂ ਕੀ ਬਕ ਰਿਹਾ ਹੈ, ਬਕਣਾ ਕਹਿੰਦੇ ਆਖ ਰਿਹਾ ਹੈ, ਪਤਾ ਨਹੀਂ ਕੀ ਆਖ ਰਿਹਾ ਹੈ। ਕੁਫਰ ਬੋਲਦਾ ਹੈ,
ਜੋ ਸਾਡੇ ਗ੍ਰੰਥ 'ਚ ਨਹੀਂ ਲਿਖਿਆ ਉਹ ਆਖਦਾ ਹੈ। 14 ਤਬਕ ਕੁਰਾਨ ਬਤਾਏ। ਸਾਡੇ ਪਵਿੱਤਰ ਗ੍ਰੰਥ 'ਚ ਇਹ ਜ਼ਿਕਰ ਹੈ ਕਿ 14 ਤਬਕ ਹਨ। ਪਤਾਲ ਅਤੇ ਆਕਾਸ਼ ਉਹ 14 ਅਸੀਂ ਮੰਨਦੇ ਹਾਂ। ਇਹ 23 ਤੁਮ ਆਪ ਸੁਨਾਏ। ਤੁਸੀਂ ਵੀ ਸਾਨੂੰ ਇਹੀ ਦੱਸਦੇ ਹੋ ਕਿ ਐ ਮੇਰੇ ਮੁਰੀਦੋ ਪਤਾਲ ਅਤੇ ਆਕਾਸ਼ ਕੁੱਲ 14 ਹਨ। ਜਿਸ ਨੇ ਲੱਖ ਆਕਾਸ਼ ਪਤਾਲੇ। ਤੇ ਇਹਨਾਂ ਨੇ ਕਿਹਾ ਲੱਖਾਂ ਹੀ। ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ। ਇਹ ਲੱਖ ਖਾਲਸਾ ਦੇਲੀ ਦੀਪਕ ਹੈ ਕਿ ਪਤਾਲ ਪਾਤਾਲਾ ਪਤਾਲ ਲੱਖ ਦੋਵਾਂ ਦੇ ਵਿਚਕਾਰ ਆ ਗਿਆ ਨਾ। ਇਹਨੂੰ ਕਹਿੰਦੇ ਦੇਲੀ ਦੀਪਕ। ਲੱਖਾਂ ਹੀ ਪਤਾਲ ਤੇ ਲੱਖਾਂ ਹੀ ਆਕਾਸ਼ ਹਨ। ਉਹ ਇਹ ਆਖਦੇ ਹਨ ਕਿ ਸਾਡੇ ਕੁਰਾਨ ਵਿੱਚ ਜ਼ਿਕਰ ਹੈ ਵੀ 7 ਪਤਾਲ ਤੇ 7 ਆਕਾਸ਼, ਪਰ ਉਹ ਲੱਖਾਂ ਆਖਦੇ ਹਨ। ਬੌਰ ਨਯੋਰਕ ਥਕ ਰਹੇ ਭਾਲੇ। ਚਲੋ ਮੰਨ ਲਿਆ 1 ਲੱਖ 2 ਲੱਖ। ਉਹ ਤਾਂ ਕਹਿੰਦੇ ਨਾ, ਓੜਕ ਓੜਕ ਭਾਲ ਥੱਕੇ, ਅੰਤ ਨੂੰ ਸਾਰੇ ਲੱਭ ਲੱਭ ਕੇ ਥੱਕ ਗਏ। ਸੁਣ ਕੇ ਅਚਰਜ ਮੁਝ ਮਨ ਆਵਾ। ਪਰ ਇਹਨਾਂ ਪਤਾਲਾਂ ਦਾ ਅੰਤ ਨਹੀਂ ਪੈਂਦਾ। ਪੀਰ ਜੀ ਇਹ ਗੱਲ ਸੁਣ ਕੇ ਮੇਰੇ ਮਨ 'ਚ ਬੜੀ ਹੈਰਾਨੀ ਹੋਈ ਹੈ। ਸਯੋ ਨ ਜਾਏ ਜੋ ਤਾਏ ਸੁਨਾਵਾ। ਜੋ ਨੇ ਮੈਨੂੰ ਸੁਣਾਇਆ ਮੇਰੇ ਤੋਂ ਸਹਿਨ ਨਹੀਂ ਹੋ ਰਿਹਾ। ਮੇਰਾ ਕਲੇਜਾ ਪਾੜਦਾ ਹੈ। ਮੇਰੇ ਅੰਦਰ ਅੱਗ ਬਲਦੀ ਹੈ ਵੀ ਕੀ ਆਖਦਾ ਹੈ, ਕੀ ਝੂਠ ਬੋਲਦਾ ਹੈ। ਇਹ ਮੈਂ ਹੁਣੇ ਜਿਹੜਾ ਸੁਣ ਕੇ ਆਇਆ, ਸੁਣ ਕੇ ਮੇਰਾ ਕਲੇਜਾ ਪਾੜ ਰਿਹਾ ਹੈ। ਲਿਖਿਓ ਖਿਲਾਫ ਕੁਰਾਨ ਦਰਮਿਆਨ। ਜਾਂ ਇਹ ਦੱਸੋ ਕੁਰਾਨ ਵਿੱਚ ਕੋਈ ਝੂਠ ਲਿਖਿਆ ਹੋਇਆ? ਦਰਮਿਆਨ ਕਹਿੰਦੇ ਵਿੱਚ। ਇਹ ਦੱਸੋ ਪੀਰ ਜੀ ਕਿ ਸਾਡੇ ਜਿਹੜਾ ਪਵਿੱਤਰ ਗ੍ਰੰਥ ਹੈ ਉਸ ਵਿੱਚ ਕੋਈ ਝੂਠ ਲਿਖਿਆ ਹੋਇਆ ਹੈ? ਕੂਰੋਂ ਕਿਦੋ ਫਕੀਰ ਅਜਾਨ। ਜਾਂ ਉਹ ਫਕੀਰ ਝੂਠ ਬੋਲਦਾ ਹੈ? ਕੂਰੋ ਕਿਦੋ, ਕਿਦੋ ਕਹਿੰਦੇ ਜਾਂ ਉਹ ਫਕੀਰ ਝੂਠ ਬੋਲਦਾ ਹੈ, ਅਣਜਾਣ ਹੈ ਤਾਂ ਝੂਠ ਬੋਲਦਾ ਹੈ, ਜਾਂ ਸਾਡੇ ਗ੍ਰੰਥ 'ਚ ਗਲਤ ਲਿਖਿਆ ਹੈ? ਤੁਸੀਂ ਆਪੇ ਨਿਰਣਾ ਕਰਕੇ ਦੱਸੋ। ਇੱਕ ਤੋਏ ਤਿੰਨ ਕਿਓ ਅਚੰਬਾ। ਇੱਕ ਤਾਂ ਉਹਨਾਂ ਨੇ ਇਹ ਗੱਲ ਆਖੀ ਚੰਬੇ ਵਾਲੀ ਜੋ ਮਨ ਨੂੰ ਹੈਰਾਨ ਕਰ ਦਵੇ। ਦੂਸਰ ਕੀਨ ਰਾਗ ਪ੍ਰਾਰੰਭਾ। ਐ ਪੀਰ ਜੀ ਦੂਜੀ ਗੱਲ ਵੀ ਸੁਣ ਲਓ। ਜਿਹੜਾ ਉਹਨਾਂ ਨੇ ਆਖਿਆ ਹੈ ਨਾ ਪਤਾਲ ਅਤੇ ਆਕਾਸ਼, ਉਹ ਰਾਗ ਵਿੱਚ ਗਾਇਆ ਹੈ। ਭਾਵ ਗਾਇਨ ਬੀਤੀ ਉਹਨਾਂ ਨੇ ਰਬਾਬ ਲੈ ਕੇ ਇਹਨੂੰ ਗਾਇਨ ਕੀਤਾ ਰਾਗਾਂ ਵਿੱਚ। ਤੁਮਨੇ ਸਗਰੇ ਦੇਸ਼ ਮਝਾਰੀ। ਤੁਸੀਂ ਤਾਂ ਸਾਡੇ ਦੇਸ਼ ਵਿੱਚ ਇਹ ਐਲਾਨ ਕੀਤਾ ਹੋਇਆ ਹੈ। ਕਰਨ ਸਰੋਧ ਕੀਨ ਹਟਕਾਰੀ। ਤੁਸੀਂ ਆਖਿਆ ਵੀ ਸਾਡੇ ਬਗਦਾਦ ਵਿੱਚ ਕੋਈ ਰਾਗ ਨਾ ਗਾਵੇ। ਕੋਈ ਵੀ ਬੰਦਾ ਰਾਗ ਵਿੱਚ ਕੋਈ ਵੀ ਗਾਇਨ ਨਾ ਕਰੇ, ਇਹ ਤੁਸੀਂ ਆਖਿਆ ਹੋਇਆ ਹੈ। ਜੇ ਸਮੀਪ ਹੋਏ ਆਇਸ ਭੰਗਾ। ਤੇ ਸੁਣੋ ਪੀਰ ਜੀ, ਜੇ ਤੁਹਾਡੇ ਨੇੜੇ ਹੀ ਕੋਈ ਤੁਹਾਡੀ ਆਗਿਆ ਭੰਗ ਕਰ ਦਵੇ, ਤੁਹਾਡੇ ਨੇੜੇ ਤੁਹਾਡੇ ਸ਼ਹਿਰ ਵਿੱਚ ਹੀ ਕੋਈ ਤੁਹਾਡੀ ਆਗਿਆ ਭੰਗ ਕਰ ਦਵੇ, ਅਹੀਂ ਦੂਰ ਸੋ ਕਰੇ ਨਿਸ਼ੰਗਾ। ਦੂਰ ਵਾਲੇ ਕੀ ਕਰਨਗੇ? ਤੁਹਾਡੇ ਉਹਨੇ ਰਾਗ ਗਾਇਨ ਕਰਤਾ ਹੈ, ਨੇੜੇ ਹੀ ਤੁਹਾਡੀ ਆਗਿਆ ਨੂੰ ਤੋੜ ਰਿਹਾ ਹੈ, ਭੰਗ ਕਰਦਾ ਹੈ। ਜੇ ਕੋਈ ਦੂਰ ਹੋਵੇਗਾ ਤੇ ਕਰੇਗਾ ਹੀ ਫਿਰ। ਉਹ ਨਿਸ਼ੰਕ ਹੋ ਕੇ ਤੁਹਾਡੀ ਆਗਿਆ ਨੂੰ ਤੋੜੇਗਾ। ਦਿਨ ਪ੍ਰਤ ਤੇਜ ਹੋਏ ਲਗੁ ਜਾਈ। ਤੇ ਪੀਰ ਜੀ ਜੇ ਇਸ ਤਰ੍ਹਾਂ ਭਾਣਾ ਵਰਤਦਾ ਰਿਹਾ ਨਾ, ਤੁਹਾਡਾ ਤੇਜ ਘੱਟ ਹੋ ਜਾਣਾ ਹੈ। ਬਸ ਦਿਨ ਪ੍ਰਤੀ ਦਿਨ ਤੁਹਾਡਾ ਤੇਜ ਖਤਮ ਹੁੰਦਾ ਜਾਣਾ ਹੈ। ਅੱਜ ਇਹ ਆਏ ਕੱਲ ਨੂੰ ਕੋਈ ਹੋਰ ਆ ਜਾਏਗਾ। ਜੇ ਨਾ ਤਿਦਾਰਕ ਦਿਓ ਤਿਸ ਤਾਈ। ਜੇ ਅੱਜ ਸਜ਼ਾ ਨਹੀਂ ਦਓਗੇ ਉਸ ਕਾਫਰ ਨੂੰ, ਇਸ ਫਕੀਰ ਨੇ ਕੁਫਰ ਉਚਾਰਾ। ਜਿਸ ਕਾਫਰ ਨੇ ਝੂਠ ਉਚਾਰਿਆ ਹੈ, ਅੱਜ ਸਜ਼ਾ ਦੇ ਦਿਓ ਹੁਣੇ ਹੁਣੇ, ਤੇ ਹੁਣੇ ਹੁਣੇ ਕਾਬੂ ਆ ਜਾਏਗਾ। ਲਾਇਕ ਹੈ ਸਜਾਏ ਇਉ ਭਾਰਾ। ਐਸਾ ਕੁਫਰ ਬੋਲਣ ਵਾਲਾ, ਉਹ ਝੂਠ ਬੋਲਣ ਵਾਲਾ ਕਾਫਰ, ਉਹ ਸਜ਼ਾ ਦੇ ਲਾਇਕ ਹੈ, ਉਹਨੂੰ ਸਜ਼ਾ ਦੇ ਦੋ। ਜੋ ਇਸ ਕੋ ਵਰਜੋ ਨੇ ਅਬਈ। ਪੀਰ ਜੀ ਜੇ ਹੁਣੇ ਨਹੀਂ ਵਰਜੋਗੇ ਇਹਨੂੰ ਤੇ ਫਿਰ ਔਖਾ ਹੋ ਜਾਏਗਾ। ਹੁਣ ਸਮਾਂ ਹੈ, ਹੁਣੇ ਸਜ਼ਾ ਦੇ ਦੋ। ਮੁਸਲਮਾਨ ਕਾਫਰ ਹੋਏ ਸਭਈ। ਜੇ ਉਹਨਾਂ ਦੀ ਗੱਲ ਸਾਡੇ ਮੁਸਲਮਾਨ ਸੁਣਨਗੇ ਨਾ ਤੇ ਸਾਡੇ ਸਾਰੇ ਕਾਫਰ ਬਣ ਜਾਣਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਾਫਰ ਦਾ ਅਖਰੀ ਅਰਥ ਇਹ ਦੱਸੇ ਹਨ ਮੁਸਲਮਾਨਾਂ ਵਿੱਚ, ਜਿਹੜਾ ਗੈਰ ਮੁਸਲਮਾਨ ਹੋਵੇ।
ਕੁਰਾਨ ਦੀ ਵਿਚਾਰਧਾਰਾ ਨਹੀਂ ਮੰਨਦਾ ਨਾ, ਉਹਨੂੰ ਕਹਿੰਦੇ ਕਾਫਰ। ਜੇ ਮੁਸਲਮਾਨ ਨਾ ਹੋਵੇ, ਕੋਈ ਵੀ ਹੋਵੇ, ਹਿੰਦੂ, ਸਿੱਖ, ਈਸਾਈ, ਜੈਨੀ, ਬੋਧੀ, ਕੋਈ ਵੀ ਹੋਵੇ ਨਾ, ਉਹਨੂੰ ਕਹਿੰਦੇ ਕਾਫਰ। ਜੇ ਪੀਰ ਜੀ ਅੱਜ ਇਹਨਾਂ ਨੇ ਸਾਡੀ ਗੱਲ ਤੁਸੀਂ ਨਾ ਮੋੜੀ, ਨਾ ਸਜ਼ਾ ਦਿੱਤੀ ਉਹਨਾਂ ਨੂੰ, ਤੇ ਸਾਡਾ ਇਲਾਕਾ ਸਾਰਾ ਹੀ ਉਹਨਾਂ ਅਨੁਸਾਰ ਕਾਫਰ ਹੋ ਜਾਵੇਗਾ। ਦਸਤਗੀਰ ਸੁਨ ਕੈ ਅਸਚੇਰਾ। ਜਦੋਂ ਦਸਤਗੀਰ ਨੇ ਸੁਣਿਆ ਆਪਣੇ ਚੇਲੇ ਤੋਂ ਵੀ ਇਹ ਕੀ ਭਾਣਾ ਵਾਪਰਿਆ ਕਿ ਮੇਰੇ ਸ਼ਹਿਰ ਵਿੱਚ ਹੀ ਕੋਈ ਕਾਫਰ ਕੁਫਰ ਬੋਲਦਾ ਪਿਆ ਹੈ, ਮਨ ਮੈਂ ਕੀਨੋ ਕ੍ਰੋਧ ਕਨੇਰਾ। ਉਹਨੇ ਮਨ 'ਚ ਬੜਾ ਗੁੱਸਾ ਕੀਤਾ, ਜਿਵੇਂ ਇੱਕਦਮ ਕਹਿ ਲੋ ਗੁੱਸੇ 'ਚ ਅੱਗ ਅੰਦਰ ਬਲਦੀ ਹੋਵੇ ਨਾ, ਅੱਗ ਬਬੂਲਾ ਹੋ ਗਿਆ। ਆਇਸ ਸਗਰੇ ਨਗਰ ਪਠਾਈ। ਤੇ ਕਹਿੰਦਾ ਸਾਰੇ ਸ਼ਹਿਰ ਨੂੰ ਆਗਿਆ ਫਟਾਫਟ ਭੇਜੋ ਮੇਰੀ, ਤੇ ਹੁਣੇ ਹੁਣੇ ਮੇਰੀ ਆਗਿਆ ਸਾਰੇ ਸ਼ਹਿਰ 'ਚ ਭੇਜੋ। ਸੰਗ ਸਾਰ ਤਿਸ ਕਰੀਏ ਜਾਈ। ਕਹਿਣ ਲੱਗਾ ਸਾਰੇ ਬੰਦੇ ਇਸ ਤਰ੍ਹਾਂ ਕਰੋ, ਰੋੜੇ ਚੁੱਕ ਲੋ, ਪੱਥਰ ਚੁੱਕ ਲੋ, ਤੇ ਹੁਣੇ ਜਾ ਕੇ ਪੱਥਰਾਂ ਨਾਲ ਮਾਰ ਦੋ ਉਹਨਾਂ ਨੂੰ। ਸਭ ਚੱਲ ਜਾਓ ਨਾ ਲਾਵੋ ਦੇਰਾ। ਸਾਰੇ ਸ਼ਹਿਰ ਨੂੰ ਆਖ ਦੋ ਹੁਣੇ, ਕੋਈ ਦੇਰੀ ਨਾ ਲਾਵੇ, ਜਿਹੜਾ ਕਾਫਰ ਕੁਫਰ ਬੋਲਦਾ ਪਿਆ ਹੈ ਹੁਣੇ ਰੋੜੇ ਵੱਟੇ ਮਾਰ ਕੇ ਮਾਰ ਦੋ ਉਸ ਨੂੰ। ਹੁਕਮ ਭੰਗ ਕੀਨੋ ਤਿਨ ਮੇਰਾ। ਜਿਸਨੇ ਮੇਰਾ ਹੁਕਮ ਭੰਗ ਕੀਤਾ ਹੈ, ਮੇਰੀ ਆਗਿਆ ਦੀ ਉਲੰਘਣਾ ਕੀਤੀ ਹੈ ਨਾ, ਹੁਣੇ ਹੀ ਮਾਰ ਦੋ ਉਸ ਨੂੰ। ਹੋਵੇ ਹਦੂਰ ਜਿਨ ਕੀਨ ਟਠਾਈ। ਜਿਹੜਾ ਮੇਰੇ ਕੋਲ ਮੇਰੇ ਸ਼ਹਿਰ ਵਿੱਚ ਢੀਠਪੂਣਾ ਕਰਦਾ ਪਿਆ, ਮੇਰੀ ਗੱਲ ਨਹੀਂ ਮੰਨਦਾ ਪਿਆ, ਤੇ ਫਿਰ ਦੂਜੇ ਦੂਰ ਵਾਲੇ ਕੀ ਕਰਨਗੇ? ਤੇ ਮੇਰੀ ਤਾਂ ਇਹੀ ਆਗਿਆ, ਹੁਣੇ ਹੀ ਮਾਰ ਦੋ ਉਸ ਨੂੰ। ਦੂਰ ਪਏ ਤੇ ਕਸ ਡਰ ਪਾਈ। ਜਦੋਂ ਕੋਈ ਦੂਰ ਵਾਲਾ ਮੇਰੀ ਆਗਿਆ ਦੀ ਉਲੰਘਣਾ ਕਰੇਗਾ, ਉਹ ਕਿਵੇਂ ਡਰੇਗਾ? ਨੇੜੇ ਨਹੀਂ ਡਰਦਾ ਪਿਆ, ਦੂਰ ਵਾਲੇ ਕਿਵੇਂ ਡਰਨਗੇ? ਇਹ ਬਗਦਾਦ ਜੋ ਥਾਨ ਮਾਨਾ। ਉਹ ਪੀਰ ਕਹਿਣ ਲੱਗਾ ਜਿਹੜਾ ਮੇਰਾ ਬਗਦਾਦ ਸ਼ਹਿਰ ਹੈ, ਇਹ ਮਹਾਨ ਸ਼ਹਿਰ ਹੈ, ਤੁਰਕਾਨੇ ਕੋ ਬੜੋ ਟਿਕਾਨਾ। ਇਹ ਇਸਲਾਮ ਦਾ ਵੱਡਾ ਟਿਕਾਣਾ ਹੈ, ਇੱਥੇ ਅਸੀਂ ਸਾਰੇ ਮੁਸਲਮਾਨ ਰਹਿੰਦੇ ਹਾਂ, ਇਹ ਸਾਡਾ ਟਿਕਾਣਾ ਹੈ। ਜੇਕਰ ਇਹਾਂ ਅਵਗਿਆ ਹੋਈ। ਜੇਕਰ ਇੱਥੇ ਹੀ ਅਵਗਿਆ ਹੋਵੇਗੀ ਤੇ ਫਿਰ ਕਿੱਥੇ ਬਚਾਂਗੇ ਅਸੀਂ? ਜੇ ਸਾਡੇ ਸ਼ਹਿਰ ਵਿੱਚ ਕੋਈ ਸਾਨੂੰ ਆ ਕੇ ਮਾਰੇਗਾ, ਸਾਡੇ ਖਿਲਾਫ ਬੋਲੇਗਾ, ਸਾਡੇ ਕੁਰਾਨ ਦੇ ਖਿਲਾਫ ਬੋਲੇਗਾ, ਫਿਰ ਕਿੱਥੇ ਜਾਵਾਂਗੇ? ਪੁਨ ਮਰਿਆਦ ਰੱਖੇ ਨੈ ਕੋਈ। ਤੇ ਫਿਰ ਇਹ ਮਰਿਆਦਾ ਨੂੰ ਕੋਈ ਰੱਖੇਗਾ ਨਹੀਂ। ਜੋ ਮਰਿਆਦਾ ਅਸੀਂ ਅਪਣਾਈ ਹੋਈ ਹੈ ਨਾ, ਹੁਣ ਸਮਾਂ ਹੈ ਇਹਨੂੰ ਮਾਰ ਦਈਏ। ਦਸਤਗੀਰ ਕੀ ਆਇਸ ਪਾਏ। ਦਸਤਗੀਰ ਦੀ ਆਗਿਆ ਪ੍ਰਾਪਤ ਕਰਕੇ ਬਾਲਕ ਬੂਢੇ ਤਰੁਨੇ ਧਾਏ। ਦੇਖੋ ਕਿਤਨਾ ਵੱਡਾ ਪੀਰ ਸੀ। ਇੱਕ ਪੀਰ ਦੀ ਆਗਿਆ ਸਾਰਾ ਸ਼ਹਿਰ ਮੰਨਦਾ ਹੈ। ਬੱਚਾ, ਨੌਜਵਾਨ, ਬਜ਼ੁਰਗ ਜੋ ਵੀ ਸੀ ਨਾ, ਸਾਰੇ ਤੁਰ ਪਏ। ਇੱਕ ਇੱਕ ਪਾਨ ਸਭ ਕਰ ਲੀਨਾ। ਸਭ ਨੇ ਇੱਕ ਪੱਥਰ ਫੜ ਲਿਆ ਆਪਣੇ ਹੱਥ 'ਚ, ਰੋੜਾ ਫੜ ਲਿਆ। ਕੋਈ ਰੋੜਾ ਫੜ ਕੇ ਜਾ ਰਿਹਾ ਹੈ, ਕੋਈ ਡਾਂਗ ਫੜ ਕੇ ਜਾ ਰਿਹਾ ਹੈ, ਕੋਈ ਕੀ ਫੜ ਕੇ ਜਾ ਰਿਹਾ ਹੈ। ਬੱਚੇ, ਬਜ਼ੁਰਗ, ਬੀਬੀਆਂ ਸਾਰੇ ਹੀ ਤੁਰ ਪਏ ਉੱਥੋਂ। ਚਲਨ ਲਗੇ ਵੱਡ ਰੋਰਾ ਕੀਨਾ। ਜਦੋਂ ਚੱਲਣ ਲੱਗੇ ਨਾ, ਬੜਾ ਰੋਲਾ ਪਾਣ ਲੱਗੇ। ਸ਼੍ਰੀ ਨਾਨਕ ਸੁਨ ਕਹਿ ਤੈਂ ਕਾਲਾ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਬਾਦਸ਼ਾਹ ਨੇ ਦੂਰੋਂ ਵੇਖ ਲਿਆ ਬੜਾ ਰੋਲਾ ਪਾਉਂਦੇ ਆਂਦੇ ਹਨ, ਲੱਗਦਾ ਸਾਰਾ ਸ਼ਹਿਰ ਹੀ ਆ ਗਿਆ। ਜਾਣ ਹੀ ਜਾਣ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ ਪਾਸ਼ਾ ਜਾਣਗੇ। ਪੀਰ ਬੜਾ ਸ਼ਰਾਰਤੀ ਹੈ, ਸਾਰਾ ਸ਼ਹਿਰ ਉਹਨੇ ਭੇਜ ਦਿੱਤਾ ਹੈ। ਉੱਚੀ ਦੀਨੀ ਬਾਂਗ ਬਿਸਾਲਾ। ਤੇ ਮਹਾਰਾਜ ਨੇ ਉੱਚੀ ਆਵਾਜ਼ ਵਿੱਚ ਇਹ ਬਚਨ ਆਖਿਆ, ਨਿਰੰਕਾਰ ਸਤਿ ਸ਼੍ਰੀ ਅਕਾਲਾ। ਨਿਰੰਕਾਰ ਸਤਿ ਸ੍ਰੀ ਅਕਾਲ। ਨਿਰੰਕਾਰ ਜਿਹਦਾ ਕੋਈ ਆਕਾਰ ਪਰਮਾਤਮਾ ਸਰੂਪ ਹੈ, ਆਕਾਰ ਨਹੀਂ, ਤੇ ਉਹ ਸਤ ਹੈ। ਸ਼੍ਰੀ ਖਾਲਸਾ ਜੀ ਸੋਭਨੀਕ ਹੈ, ਅਕਾਲ ਹੈ। ਸਤਿ ਸ੍ਰੀ ਅਕਾਲ। ਅਸੀਂ ਆਮ ਕਹਿੰਦੇ ਸਤਿ ਸ੍ਰੀ ਅਕਾਲ ਭਾਈ, ਉਹ ਸਤਿ ਸ੍ਰੀ ਅਕਾਲ ਨਹੀਂ ਭਾਈ, ਸਤਿ ਸ੍ਰੀ ਅਕਾਲ। ਜੋ ਸ਼੍ਰੋਮਣੀ ਅਕਾਲ ਪ੍ਰਮਾਤਮਾ ਹੈ, ਉਹ ਹਮੇਸ਼ਾ ਹੈ। ਆਦ ਸੱਚ ਜੁਗਾਦ ਸੱਚ
ਹੈ ਭੀ ਸਚ, ਨਾਨਕ ਹੋਸੀ ਭੀ ਸਚ। ਉਹ ਨਿਰੰਕਾਰ ਹੈ, ਨਿਰੰਕਾਰ ਸਤਿ ਸ੍ਰੀ ਅਕਾਲਾ। ਗੁਰ ਬਰ ਏਕੰਕਾਰ ਕਿਰਪਾਲਾ। ਉਹੀ ਰੱਬ ਗੁਰਬਰ ਸ੍ਰੇਸ਼ਟ ਗੁਰੂ ਬਣਿਆ ਹੋਇਆ ਹੈ। ਗੁਰੂ ਵੀ ਆਪ ਹੈ, ਪਰਮੇਸ਼ਰ ਵੀ ਆਪ ਹੈ। ਗੁਰ ਪਰਮੇਸ਼ਰ ਏਕੋ ਜਾਣ। ਗੁਰਬਰ ਉਹ ਸ਼੍ਰੀ ਸ਼੍ਰੋਮਣੀ ਵਾਹਿਗੁਰੂ ਆਪ ਹੀ ਅਕਾਲ ਪੁਰਖ ਪ੍ਰਮਾਤਮਾ ਹੈ। ਸੁਨ ਕਰ ਬਾਂਗ ਸਰਬ ਨਰ ਨਾਰੀ। ਜਦੋਂ ਮਹਾਰਾਜ ਜੀ ਨੇ ਬਚਨ ਉਚਾਰਿਆ ਨਾ, ਤੇ ਪਾਤਸ਼ਾਹ ਦੇ ਬਚਨ ਸੁਣ ਕੇ ਸਭ ਨਰ ਨਾਰੀ ਜਿਤਨੇ ਇਸਤਰੀ ਪੁਰਸ਼ ਹਨ, ਸੁਨ ਮਨ ਹੋਏ ਇੱਕ ਵਾਰੀ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਇਹਦਾ ਜ਼ਿਕਰ ਕਰਦੇ ਭਾਈ ਗੁਰਦਾਸ ਜੀ। ਸੁਨ ਮੁਨ ਨਗਰੀ ਭਈ, ਦੇਖ ਪੀਰ ਭਇਆ ਹੈਰਾਨਾ। ਗੁਰੂ ਨਾਨਕ ਪਾਤਸ਼ਾਹ ਦਾ ਇੱਕੋ ਬਚਨ ਦੇਖੋ, ਸਾਰੇ ਸਟੈਚੂ ਬਣ ਗਏ, ਪੱਥਰ ਵਾਂਗ ਬਸ ਉੱਥੇ ਹੀ ਅਡੋਲ ਹੋ ਗਏ। ਸਾਰੀ ਨਗਰੀ ਹੀ, ਜਿਤਨੇ ਇਸਤਰੀ ਪੁਰਸ਼ ਆਏ, ਬੱਚੇ ਆਏ, ਬਜ਼ੁਰਗ ਆਏ, ਬੀਬੀਆਂ ਆਈਆਂ, ਸਾਰੇ ਹੀ ਉੱਥੇ ਹੀ ਜਾਮ ਹੋ ਗਏ। ਜਬੇ ਬਿਲੋ ਕੀ ਅਜ਼ਮਤ ਪੀਨਾ। ਜਦੋਂ ਪੀਰ ਨੇ ਵੇਖਿਆ ਵੀ ਇਹ ਕੀ ਪਾਣਾ ਵਾਪਰ ਰਿਹਾ, ਸਾਰਾ ਸ਼ਹਿਰ ਜਾਮ ਹੀ ਹੋ ਗਿਆ, ਮੂਰਤੀਆਂ ਬਣ ਗਈਆਂ, ਸਟੈਚੂ ਬਣ ਗਏ। ਪੀਰ ਨੇ ਇਹ ਕਲਾ ਵੇਖੀ ਹੈ ਮਹਾਰਾਜ ਦੀ। ਆਪੇ ਪੀਰ ਪਿਆਨੋ ਕੀਨਾ। ਪੀਰ ਆਪ ਚੱਲਿਆ ਖਾਲਸਾ ਜੀਓ। ਪੀਰ ਥੋੜਾ ਕਰਾਮਾਤੀ ਸੀ ਤੇ ਆਪ ਅੱਗੇ ਤੁਰਿਆ ਹੈ। ਮਾਨਵ ਬ੍ਰਿੰਦ ਲਏ ਨਿਜ ਸੰਗਾ। ਤੇ ਆਪਣੇ ਕੁਝ ਚੇਲੇ ਨਾਲ ਲੈ ਕੇ ਆਣ ਲਗਾ। ਜੀਤ ਨਿਆਇਓ ਹਿਰਦੈ ਉਮੰਗਾ। ਮਨ ਵਿੱਚ ਉਮੰਗ ਧਾਰਨ ਕਰਕੇ ਆਇਆ, ਮੈਂ ਜਿੱਤਾਂਗਾ ਇਹਨਾਂ ਨੂੰ। ਜਿਹੜਾ ਕਾਫਰ ਆਏ ਨਾ, ਇਹਨੂੰ ਮੈਂ ਫਤਿਹ ਕਰਾਂਗਾ, ਇਹਦੇ ਉੱਤੇ ਇਹਨੂੰ ਮੈਂ ਕਾਬੂ ਕਰਾਂਗਾ। ਨਿਜ ਅਜ਼ਮਤ ਜੜਤਾ ਸਭ ਕੇਰੀ। ਉਹਨੇ ਆਪਣੀ ਕਲਾ ਚਲਾਤੀ ਖਾਲਸਾ ਜੀਓ। ਪੀਰ ਨੇ ਕੋਲ ਜਿਤਨੀ ਕਲਾ ਸੀ ਉਹਨੇ ਵਰਤਾ ਲਈ। ਉਹਨੇ ਆਪਣੀ ਕਲਾ ਨਾਲ ਸਭ ਦੀ ਜੜਤਾ, ਕਹਿੰਦੇ ਜਿਹੜਾ ਪੱਥਰ ਬੁਣੇ ਸਾਰੇ ਬਣੇ ਸਨ ਨਾ, ਉਹ ਸਭ ਨੂੰ ਫਿਰ ਸੁਰਜੀਤ ਕਰ ਦਿੱਤਾ। ਦਸਤਗੀਰ ਹਰ ਦੀ ਬਿਨ ਦੇਰੀ। ਦਸਤਗੀਰ ਨੇ ਹਰ ਦੀ ਬਿਨ ਦੇਰੀ, ਹਰ ਕਹਿੰਦੇ ਪਰੇ ਕਰਤੀ। ਸਭ ਦੀ ਜੜਤਾ, ਸਭ ਦਾ ਜਿਹੜਾ ਪੱਥਰ ਪੁਣਾ ਸੀ ਨਾ, ਉਹ ਪਰੇ ਕਰਕੇ ਉਸੇ ਤਰ੍ਹਾਂ ਸਭ ਨੂੰ ਬਣਾ ਦਿੱਤਾ। ਗਰਭ ਚਲਾ ਜੈ ਸੁਮਤ ਨਿਕੇਤੋ। ਤੇ ਕਵੀ ਜੀ ਕਹਿੰਦੇ ਭਾਈ ਇਤਨਾ ਹੰਕਾਰ ਇਹਦੇ ਮਨ ਵਿੱਚ। ਫਿਰ ਸੋਚਦਾ, ਦੇਖੋ ਬਈ ਆਪਣੇ ਮਨ ਹੀ ਸੋਚਦਾ ਕਿ ਮੇਰੇ ਮਨ ਕੋਲ ਇਤਨੀ ਸ਼ਕਤੀ ਹੈ। ਆਪਣੇ ਆਪ ਤੇ ਹੰਕਾਰ ਕਰਨ ਲਗਾ। ਗਰਭ ਚਲਾ, ਹੰਕਾਰ ਜਾ ਰਿਹਾ ਹੈ ਗੁਰੂ ਨਾਨਕ ਮਹਾਰਾਜ ਕੋਲ। ਗਰਭ ਚਲਾ, ਹੰਕਾਰ ਜਾ ਰਿਹਾ। ਜਿਹੇ ਸੁਮਤ ਨਿਕੇਤੂ, ਜਿਹੜੇ ਸਭ ਨੂੰ ਸੁਮਤ ਦੇਣ ਵਾਲੇ ਗੁਰੂ ਨਾਨਕ ਮਹਾਰਾਜ, ਸੁਮਤ ਦੇ ਦਾਤੇ ਹਨ, ਸੁਮਤ ਦੇ ਧਾਮ ਹਨ, ਘਰ ਹਨ, ਉਹਨਾਂ ਦੇ ਕੋਲ ਹੰਕਾਰ ਜਾ ਰਿਹਾ ਹੈ। ਪਾਨ ਤੇਜ ਹਰ ਚੈ ਖਦੇ ਉਤੋ। ਤੇ ਖਾਲਸਾ ਜੀ ਭਾਨ ਕਹਿੰਦੇ ਸੂਰਜ ਨੂੰ। ਇੱਕ ਟਟਹਿਣਾ ਕਵੇ, ਜੁਗਨੂ ਕਵੇ, ਐ ਸੂਰਜ ਪਿੱਛੇ ਹਟ ਜਾ ਤੂੰ, ਅੱਜ ਮੈਂ ਕਰਾਂਗਾ ਤੇਰੀ ਬਰਾਬਰੀ। ਉਹ ਸੂਰਜ ਕਹਿੰਦਾ, ਉਹ ਟਟਹਿਣਿਆ ਪਿੱਛੇ ਹਟ ਤੂੰ ਛੋਟਾ ਜਿਹਾ ਜੁਗਨੂ, ਮੇਰੀ ਬਰਾਬਰੀ ਕਿਵੇਂ ਕਰ ਲੇਗਾ। ਇਹੀ ਗੱਲ ਬਣ ਗਈ ਇਹਦੀ ਪੀਰ ਦੀ। ਪੀਰ ਸੋਚਦਾ ਮੈਂ ਵੱਡਾ, ਉਹ ਕਾਫਰ, ਅੱਜ ਮੈਂ ਹੁਣੇ ਮਾਰ ਦੇਵਾਂਗਾ ਉਸਨੂੰ। ਤੇ ਬਰਾਬਰੀ ਕਰਨਾ ਚਾਹੁੰਦਾ ਜੁਗਨੂ ਸੂਰਜ ਦੀ, ਕਿ ਸੂਰਜ ਦਾ ਪ੍ਰਤਾਪ ਮੈਂ ਘਟਾ ਦੇਵਾਂ। ਸਭ ਇੱਕ ਬਾਰ ਅਏ ਚੌਫੇਰੇ। ਤੇ ਸਾਰੇ ਇੱਕ ਬਾਰ ਗੁਰੂ ਨਾਨਕ ਪਾਤਸ਼ਾਹ ਦੇ ਚਾਰੋਂ ਪਾਸੇ ਆ ਕੇ ਖੜੇ ਹੋ ਗਏ। ਹਿਤ ਮਾਰਨ ਕੀਏ ਭੁਜਾ ਉਚੇਰੇ। ਫਿਰ ਮਾਰਨ ਲਈ ਆਪਣੀ ਬਾਹ ਉੱਚੇ ਕਰ ਲਈ ਸਾਰਿਆਂ ਨੇ। ਹੁਣ ਪੀਰ ਨਾਲ ਸੀ, ਸਭ ਨੂੰ ਫਿਰ ਖਾਲਸਾ ਹੌਸਲਾ ਹੋ ਗਿਆ, ਹੁਣ ਮਾਰਾਂਗੇ। ਪਹਿਲਾਂ ਸਾਡੇ ਜਾਦੂ ਕੀਤਾ ਇਹਨੇ, ਉਹ ਜਾਦੂ ਸਮਝਦੇ ਖਾਲਸਾ ਜੀ। ਇਹ ਜਾਦੂ ਨਹੀਂ, ਇਹ ਤਾਂ ਗੁਰੂ ਪਾਤਸ਼ਾਹ ਦੀ ਬਸ ਕਲਾ ਹੀ ਹੈ। ਅਜੇ ਤਾਂ ਇੱਕ ਵਾਰੀ ਆਖਿਆ, ਸਾਰੇ ਸਟੈਚੂ ਬਣ ਗਏ, ਹੁਣ ਦੂਜੀ ਵਾਰੀ ਪਾਤਸ਼ਾਹ ਨੇ ਕੀ ਆਖਣਾ ਹੈ। ਫਿਰ ਮੰਨ ਲਈ ਜਦੋਂ ਆਪਣਾ ਹੱਥ ਵਧਾਇਆ ਇਹਨਾਂ ਨੇ, ਇੱਕ ਇੱਕ ਪਾਨ ਸਭ ਕਰ ਮਾਈ। ਸਭ ਨੇ ਹੱਥ ਵਿੱਚ ਇੱਕ ਇੱਕ ਪੱਥਰ ਫੜਿਆ ਹੋਇਆ ਸੀ। ਕੋਈ ਵੱਡਾ ਰੋੜਾ, ਕੋਈ ਕੀ ਫੜਿਆ ਹੋਇਆ,
ਉਹ ਸਾਰੇ ਮਾਰਨ ਲੱਗੇ ਜਦੋਂ ਅਨਗਨ ਮਾਨਵ ਗਿਣਤੀ ਨਾਈ। ਗਿਣਤੀ ਨਹੀਂ, ਬਗਦਾਦ ਸ਼ਹਿਰ ਆ ਗਿਆ ਸੀ ਖਾਲਸਾ ਜੀ। ਅੱਜ ਵਾਂਗ ਨਹੀਂ ਕੋਈ ਖਾਲਸਾ ਜੀ ਮਾੜੇ ਬੋਤੇ ਬੰਦੇ ਸਨ। ਪੀਰ ਦੇ ਮਗਰ ਸਾਰਾ ਸ਼ਹਿਰ ਲੱਗਦਾ ਸੀ। ਇੱਕ ਪੀਰ ਦਾ ਬਚਨ ਸਾਰੇ ਮੰਨਦੇ ਸਨ। ਐਸਾ ਹੋਵੇ ਸਾਡਾ ਜਥੇਦਾਰ ਖਾਲਸਾ ਜੀ। ਅਕਾਲੀ ਫੂਲਾ ਸਿੰਘ ਵਰਗਾ ਇੱਕ ਵਾਰੀ ਆਕੇ ਸਾਰੇ ਪਿੱਛੇ ਲੱਗ ਜਾਂਦੇ ਨਾ, ਉਹ ਯੋਧੇ ਹੋਣ। ਇੱਕ ਪੀਰ ਦੇ ਮਗਰ ਖਾਲਸਾ ਸਾਰਾ ਸ਼ਹਿਰ ਲੱਗ ਗਿਆ। ਖਾਲਸਾ ਜੀ ਕਹਿੰਦਾ ਸਭ ਨੂੰ ਮਾਰ ਦੋ ਫਟਾ, ਸਾਰੇ ਆ ਜਾਓ ਮਾਰਨ ਲਈ। ਸਾਰੇ ਮਾਰਨ ਲਈ ਆ ਗਏ ਗੁਰੂ ਨਾਨਕ ਪਾਤਸ਼ਾਹ ਕੋਲ। ਜਦੋਂ ਸਭ ਨੇ ਆਪਣੇ ਹੱਥ ਉੱਚੇ ਕੀਤੇ ਹਨ, ਜਬ ਮਨ ਵਿਖੇ ਚੈਤ ਸਭ ਮਾਰਾ। ਜਦੋਂ ਮਨ ਵਿੱਚ ਸੋਚਿਆ ਜੀ ਅਜੇ ਫੁਰਨਾ ਹੋ ਰਿਹਾ, ਮਾਰ ਦੀਏ, ਤੇ ਹੱਥ ਉੱਤੇ ਕੀਤਾ ਤੇ ਜਦੋਂ ਮਾਰਨ ਲੱਗੇ ਤੈ ਛਿਨ ਸ਼੍ਰੀ ਪ੍ਰਭ ਕੀਨ ਹੰਕਾਰਾ। ਪਾਤਸ਼ਾਹ ਨੇ ਫਿਰ ਉਹੀ ਹੰਕਾਰਾ, ਉਹੀ ਬਚਨ ਪਾਤਸ਼ਾਹ ਨੇ ਉਚਾਰਨ ਕੀਤਾ। ਠਾਂਡੀ ਰਹੀ ਉਚੇਰੀ ਬਾਏ। ਪਾਤਸ਼ਾਹ ਕੇ ਨਿਰੰਕਾਰ ਸਤਿ ਸ੍ਰੀ ਅਕਾਲ। ਸੁਨ ਮੁਨ ਨਗਰੀ ਭਈ। ਸਾਰੇ ਸੁਨ ਮੁਨ ਹੋ ਗਏ, ਐਵੇਂ ਖੜੇ ਹੋ ਗਏ, ਬਾਂਹ ਉੱਤੇ ਰਹਿ ਗਈ ਸਾਰਿਆਂ ਦੀ। ਜਿਵੇਂ ਕਹਿ ਲੋ ਖਾਲਸਾ ਜੀ ਲੱਕੜ ਹੋਵੇ ਨਾ ਸਿੱਧੀ, ਪਰ ਲੱਕੜ ਵਾਂਗ ਸਿੱਧੀ ਬਾਂਹ ਹੀ ਬਣ ਗਈ ਖਾਲਸਾ ਜੀ। ਜਿੱਥੇ ਕੋਈ ਖੜਾ ਸੀ ਉਸੇ ਖੜਾ ਰਹਿ ਗਿਆ। ਅੱਖਾਂ ਅੱਡੀਆਂ ਅੱਡੀਆਂ ਰਹਿ ਗਈਆਂ, ਮੂੰਹ ਅੱਡਿਆ ਖੁੱਲਾ ਹੀ ਰਹਿ ਗਿਆ। ਜਿੱਥੇ ਬਾਂਹ ਸੀ ਉੱਥੇ ਬਾਂਹ ਰਹਿ ਗਈ, ਕੋਈ ਹਿੱਲਿਆ ਵੀ ਨਾ। ਉਤਰੇ ਤਰਨਾ ਉਤਾਰਿਓ ਚਾਏ। ਚਾਹੁੰਦੇ ਬਾਂਹ ਥੱਲੇ ਉਤਾਰ ਲਈਏ, ਪਰ ਬਾਂਹ ਕਿੱਥੋਂ ਉਤਾਰੀ ਜਾਵੇ ਥੱਲੇ ਖਾਲਸਾ ਜੀਓ। ਇਹ ਗੁਰੂ ਨਾਨਕ ਮਹਾਰਾਜ ਹਨ। ਕਾਸ਼ਟ ਕੇ ਸਮਾਨ ਸੋ ਗਾਡੀ। ਕਾਸ਼ਟ ਕਹਿੰਦੇ ਲੱਕੜ, ਜਿਵੇਂ ਲੱਕੜ ਗੱਡੀ ਹੋਵੇ ਨਾ, ਤੇ ਲੱਕੜ ਵਾਂਗ ਇਹਨਾਂ ਦੀ ਬਾਂਹ ਗੱਡੀ ਗਈ। ਬਿਸਮ ਰਹੇ ਸਭ ਪੀਰਾ ਬਾਡੀ। ਬੜੀ ਪੀੜਾ ਹੋਵੇ, ਦਰਦ ਹੋਵੇ ਖਾਲਸਾ ਜੀ, ਉਹ ਪਾਤਸ਼ਾਹ ਨੇ ਕਲਾ ਹੀ ਐਸੀ ਵਰਤਾਈ ਤੇ ਸਾਰੇ ਬੜੇ ਹੈਰਾਨ ਹੋ ਗਏ। ਦਸਤਗੀਰ ਆਪਣੀ ਤੈ ਕਾਲਾ। ਤੇ ਉਸ ਵੇਲੇ ਦਸਤਗੀਰ ਨੇ ਆਪਣੀ ਉਸ ਕਾਲਾ ਆਪਣੇ ਸਮੇਂ ਵਿੱਚ ਕਰਾਮਾਤ ਕਰ ਰਿਓ ਬਿਸਾਲਾ। ਉਹਨੇ ਬੜੀ ਕਰਾਮਾਤ ਦਿਖਾਈ। ਉਸ ਵੇਲੇ ਸੋਚਿਆ ਕਿ ਮੈਂ ਹੁਣ ਦਿਖਾਵਾਂ ਕਰਾਮਾਤ, ਪਹਿਲਾਂ ਤਾਂ ਵਿਖਾ ਲਈ ਇਹਨੇ, ਹੁਣ ਦੁਬਾਰਾ ਵਿਖਾਣਾ ਚਾਹੁੰਦਾ ਹੈ। ਕਛੂ ਨ ਲਗੀ ਰਿਓ ਪਚਹਾਰੀ। ਬਸ ਹੁਣ ਕੀ ਚੱਲਣਾ ਸੀ ਖਾਲਸਾ ਜੀਓ। ਪਹਿਲੇ ਪਾਤਸ਼ਾਹ ਉਹਦੀ ਪਰਖ ਕਰ ਰਹੇ ਸਨ ਵੀ ਕਿੰਨੀ ਕਲਾ ਇਹਦੇ ਚ। ਤਾਂ ਪਾਤਸ਼ਾਹ ਦੇ ਪਹਿਲਾਂ ਆਪਣੀ ਕਲਾ ਥੋੜੀ ਆਪੇ ਬੈਕ ਕਰ ਲਈ ਮਹਾਰਾਜ ਜੀ ਨੇ। ਇਹ ਕੌਣ ਸੀ ਖਾਲਸਾ ਜੀ? ਪਾਤਸ਼ਾਹ ਦੇ ਸਾਹਮਣੇ ਆਪਣੀ ਕਲਾ ਵਿਖਾਣ ਵਾਲਾ ਪੀਰ ਹੈ। ਇਹਨਾਂ ਕੋਲ ਸੀ ਰਿਧੀਆਂ ਸਿੱਧੀਆਂ ਸੀ। ਬਸ ਰਿਧੀ ਸਿੱਧੀ ਕੀ ਹੁੰਦੀ ਹੈ? ਕਿਸੇ ਨੇ ਦਿੱਲੀ ਜਾਣਾ ਹੋਵੇ, ਜਾ ਰਹੇ ਹੋ, ਬਾਇਆ ਰਾਜਪੁਰਾ, ਅੰਬਾਲਾ, ਪਿਪਲੀ, ਕਰਨਾਲ, ਪਾਣੀਪਤ। ਰਸਤੇ 'ਚ ਪਾਣੀਪਤ ਦੇ ਸੋਹਣੇ ਸੋਹਣੇ ਬਾਜ਼ਾਰ ਆ ਗਏ, ਕਰਨਾਲ ਦੇ ਬਾਜ਼ਾਰ ਆਏ। ਕਹਿੰਦਾ ਚਲੋ ਬਾਜ਼ਾਰ ਵੇਖਾਵਾਂ। ਦਿੱਲੀ ਜਾਣਾ ਭੁੱਲ ਗਿਆ, ਬਾਜ਼ਾਰਾਂ 'ਚ ਹੀ ਮਸਤ ਹੋ ਗਿਆ। ਬਸ ਇਹਦਾ ਮਤਲਬ ਸੀ ਰੱਬ ਦੇ ਦਰ ਤੇ ਜਾਣਾ ਹੈ। ਰਸਤੇ 'ਚ ਰਿੱਧੀਆਂ ਸਿੱਧੀ ਸ਼ਕਤੀਆਂ ਬੜੀਆਂ ਹੁੰਦੀਆਂ, ਕਲਾ ਹੁੰਦੀ ਹੈ, ਵਾਕ ਸਿੱਧੀਆਂ ਹੁੰਦੀ ਹੈ। ਜਿਹੜਾ ਉਹਨਾਂ 'ਚ ਹੀ ਮਸਤ ਹੋ ਗਿਆ ਕਿ ਮੇਰੇ ਕੋਲ ਬੜਾ ਕੁਝ ਆ ਗਿਆ, ਰੱਬ ਮਿਲ ਗਿਆ ਮੈਨੂੰ, ਉਹਨੂੰ ਕਿਤੇ ਰਿੱਧੀਆਂ ਸਿੱਧੀਆਂ ਰੱਬ ਦੇ ਦਰ ਜਾਣਾ ਭੁੱਲ ਗਿਆ। ਉਹਨੂੰ ਖਾਲਸਾ ਜੀ ਜਾਣਾ ਦਿੱਲੀ ਸੀ, ਦਿੱਲੀ ਤਾਂ ਭੁੱਲ ਗਿਆ, ਬਾਜ਼ਾਰਾਂ 'ਚ ਹੀ ਮਸਤ ਹੋ ਗਿਆ। ਰੱਬ ਦੇ ਸੱਚਖੰਡ ਦਰਬਾਰ ਜਾਣਾ ਸੀ ਬੰਦੇ ਨੇ, ਤੇ ਥੋੜੀ ਉਹਦੀ ਸਮਰਨ ਸ਼ਕਤੀ ਕਰਕੇ ਖਾਲਸਾ ਜੀ ਹੋਰ ਕੋਈ ਟੂਣੇ ਟਾਣੇ ਕਰਕੇ ਜਾਂ ਹੋਰ ਕੋਈ ਸ਼ਬਦ ਦਾ ਜਾਪ ਕਰਕੇ ਮੇਰੇ ਕੋਲ ਬੜਾ ਕੁਝ ਆ ਗਿਆ। ਉਹ ਬੜਾ ਕੁਝ ਆਣਾ ਹੀ ਰਿੱਧੀਆਂ ਸਿੱਧੀਆਂ ਸੀ। ਬਸ ਇਹਨੂੰ ਕਹਿੰਦੇ ਪਾਤਸ਼ਾਹ ਰਿੱਧ ਸਿੱਧ ਅਵਰਾ ਸਾਧ, ਇਹ ਦੂਜਾ ਹੀ ਸਵਾਦ ਹੈ। ਰੱਬ ਦਾ ਨਾਮ ਨਸ ਨਹੀਂ, ਤਾਂ ਹੀ ਪਹਿਲਾ ਸ਼ਬਦ ਇਹੀ ਆਇਆ ਸੀ, ਸਰਬ ਰਸਨ ਤੇ ਰਸ ਭਲਾ। ਸਾਰੇ ਰਸਾਂ ਤੋਂ ਰਸ ਵਧੀਆ ਰਸ ਹੈ, ਵੱਡਾ ਰਸ ਹੈ, ਭਲਾ ਰਸ ਹੈ। ਕਿਹੜਾ? ਵਾਹਿਗੁਰੂ। ਇਹ ਨਾਮ ਦਾ ਰਸ ਹੈ ਭਾਈ। ਬਾਕੀ ਸਭ ਰਸ ਥੱਲੇ ਹਨ। ਤਾਂ ਪਾਤਸ਼ਾਹ ਦੀ ਬਖਸ਼ਿਸ਼ ਆਪਣੀ ਮਰ ਦੇਖੀ, ਪਹਿਲਾਂ ਦੇਖੀਏ ਵੀ ਕਿੰਨੀ ਸ਼ਕਤੀ ਇਹਦੇ ਚ। ਪਰ ਕੀਤੀ ਮਹਾਰਾਜ ਜੀ ਨੇ, ਤੇ ਪਹਿਲਾਂ ਤਾਂ ਪਾਤਸ਼ਾਹ ਨੇ ਆਪਣੀ ਸ਼ਕਤੀ ਆਪ ਕਢਾ ਲਈ, ਜਾਣ ਕੇ ਚਲੀ। ਹੁਣ ਪੀਰ ਚਾਹੁੰਦਾ ਦੁਬਾਰਾ ਮੈਂ ਕੁਝ ਆਪਣੀ ਸ਼ਕਤੀ ਨਾਲ ਇਹਨਾਂ ਨੂੰ ਪਿੱਛੇ ਕਰਾਂ, ਆਪਣੀ ਸ਼ਕਤੀ ਵਿਖਾਵਾਂ,
ਪਰ ਇਹਦਾ ਬਸ ਨਹੀਂ ਚੱਲਿਆ। ਮਨ ਜਾਣੇ ਆਪਣੇ ਤੇ ਭਾਰੀ। ਮਨ ਵੀ ਸੋਚਦਾ ਹੈ ਕਿ ਮੇਰੇ ਤੋਂ ਭਾਰੀ ਕੋਈ ਵੱਡੇ ਪੀਰ ਹਨ, ਵੱਡੇ ਗੁਰੂ ਹਨ, ਕੋਈ ਕਰਾਮਾਤੀ ਹਨ। ਜਿਉ ਉੱਡ ਅਲਪ ਸੋ ਕਰੇ ਮਜੇਜਾ। ਜਿਵੇਂ ਉੱਡ ਅਲਪ, ਛੋਟਾ ਜਿਹਾ ਤਾਰਾ, ਛੋਟਾ ਤਾਰਾ ਕਵੇ ਐ ਪਿੱਛੇ ਹਟ ਜਾ ਸੂਰਜ ਜਾਂ ਚੰਦਰਮਾ, ਚੰਦਰਮਾ ਨੂੰ ਪਿੱਛੇ ਕਰਨਾ ਚਾਵੇ। ਸਵਿਤਾ ਕੋ ਦਬਾਏ ਦਿਉ ਤੇਜਾ। ਤੇ ਉਹ ਤਾਰਾ ਚਾਵੇ ਸੂਰਜ ਚੰਦਰਮਾ ਦਾ ਤੇਜ ਮੈਂ ਪਿੱਛੇ ਕਰ ਦੇਵਾਂ, ਕਿ ਸੂਰਜ ਦਾ ਪ੍ਰਕਾਸ਼ ਮੈਂ ਪਿੱਛੇ ਕਰ ਦੇਵਾਂ, ਮੇਰਾ ਹੀ ਪ੍ਰਕਾਸ਼ ਹੋਵੇ। ਤਨਕ ਬਗੂਰਾ ਉਰ ਗਰਬਾਇਓ। ਤਨਕ ਬਗੂਰਾ ਛੋਟਾ ਜਿਹਾ ਵਾਵ ਰੋਲਾ ਹੁੰਦਾ ਹੈ, ਹਵਾ ਉੜਦੇ ਉੜਦੀ ਹੈ ਨਾ, ਉਹਨੂੰ ਕਹਿੰਦੇ ਵਾਵ ਰੋਲਾ ਜਾ। ਛੋਟਾ ਜਿਹਾ ਵਾਵ ਰੋਲਾ ਕਵੇ ਜੀ ਐ ਹਨੇਰੀ ਪਿੱਛੇ ਹਟ, ਅੱਜ ਮੇਰਾ ਤੂੰ ਕਲਾ ਵੇਖ, ਮੇਰੀ ਸ਼ਕਤੀ ਵੇਖ। ਸਬਲ ਅੰਧੇਰੀ ਸਨਮੁਖ ਜਾਇਓ। ਸਬਲ ਬਲ ਵਾਲੀ ਅੰਧੇਰੀ, ਪ੍ਰਬਲ ਅੰਧੇਰੀ ਨੂੰ ਚਾਵੇ ਉਹ ਬਾਬ ਰੋਲਾ ਕਿ ਤੈਨੂੰ ਪਿੱਛੇ ਕਰਕੇ ਮੈਂ ਆਪਣੀ ਕਲਾ ਵਿਖਾਵਾਂ। ਇਸ ਤਰ੍ਹਾਂ ਚਾਹੁੰਦਾ ਪੀਰ। ਕਿ ਗੁਰੂ ਨਾਨਕ ਮਹਾਰਾਜ ਸਰਬ ਸ਼ਕਤੀ ਦੇ ਦਾਤੇ ਹਨ। ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਗੁਰੂ ਨਾਨਕ ਮਹਾਰਾਜ ਉਹਨਾਂ ਨੂੰ ਚਾਹੁੰਦਾ ਪੀਰ ਆਪਣੀ ਸ਼ਕਤੀ ਨਾਲ ਪਰੇ ਕਰ ਦੇਵਾਂ। ਇਹਦੇ ਮਨ 'ਚ ਇਹ ਤਮੰਨਾ ਹੈ। ਤਿਉ ਕਰ ਗੁਨੇ ਨਾ ਜੀਤਿਓ ਜਾਈ। ਤੇ ਖਾਲਸਾ ਜੀ ਵਿਚਾਰ ਬੜੀ ਕਰਦਾ, ਸੋਚਦਾ, ਪਰ ਪਾਤਸ਼ਾਹ ਤੋਂ ਜਿੱਤ ਨਹੀਂ ਸਕਦਾ ਮਹਾਰਾਜ ਜੀ ਨੂੰ। ਅਬ ਬੋਲਨ ਮੈਂ ਦਿਉ ਹਰਾਈ। ਕਹਿੰਦਾ ਚਲੋ ਸ਼ਕਤੀ ਤਾਂ ਮੈਂ ਬੜੀ ਵਿਖਾ ਲਈ, ਜਿੱਤ ਨਹੀਂ ਸਕਿਆ। ਹੁਣ ਮੈਂ ਆਪਣੀ ਬੋਲ ਸ਼ਕਤੀ ਨਾਲ, ਆਪਣੇ ਗਿਆਨ ਨਾਲ ਹਰਾਉਣਾ ਹਾਂ ਇਹਨਾਂ ਨੂੰ। ਅਸ ਵਿਚਾਰ ਕਹਿ ਗਇਓ ਸਮੀਪਾ। ਤੇ ਇਹ ਵਿਚਾਰ ਕਰਕੇ ਗੁਰੂ ਨਾਨਕ ਮਹਾਰਾਜ ਕੋਲ ਆ ਗਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੁਹਾਡੇ ਮਨ 'ਚ ਆਇਆ ਹੋਣਾ ਕਿ ਸਾਰੇ ਸਟੈਚੂ ਬਣ ਗਏ, ਪੀਰ ਕਿਉਂ ਨਹੀਂ ਬਣਿਆ? ਸਾਰੇ ਤਾਂ ਮੂਰਤੀ ਬਣ ਗਏ ਸਨ। ਪਾਤਸ਼ਾਹ ਨੇ ਜਾਣ ਕੇ ਨਹੀਂ ਬਣਾਇਆ ਇਹਨੂੰ। ਸਾਡੇ ਨਾਲ ਗੱਲਬਾਤ ਤਾਂ ਕਰੇ ਆ ਕੇ। ਇਹ ਸਾਰੇ ਸਟੈਚੂ ਬਣ, ਗੱਲਬਾਤ ਕੌਣ ਕਰੇਗਾ ਸਾਡੇ ਨਾਲ ਆ ਕੇ? ਇਹਦਾ ਮਾਣ ਦੂਰ ਕਰਨਾ ਤਾਂ ਪੀਰ ਨੂੰ ਮਾਰ ਅੱਗੇ ਆ ਲੈ, ਤੂੰ ਅੱਗੇ ਆ ਜਾ ਭਾਈ। ਤੇ ਪੀਰ ਅੱਗੇ ਆ ਗਿਆ ਮਹਾਰਾਜ ਕੋਲ। ਬੈਠਿਓ ਜੈ ਬੇਦੀ ਕੁਲ ਦੀਪਾ। ਬੇਦੀ ਕੁਲ ਦੇ ਦੀਪਕ ਗੁਰੂ ਨਾਨਕ ਮਹਾਰਾਜ ਜਿੱਥੇ ਆਪ ਪਾਤਸ਼ਾਹ ਸੁਭਾਏ ਮਾਨ ਸਨ, ਬੈਠੇ ਸਨ, ਮਹਾਰਾਜ ਦੇ ਕੋਲ ਆ ਗਿਆ। ਕਹਿਤ ਪਇਓ ਤੂੰ ਕੁਫਰ ਅਲਾਵਾ। ਪੀਰ ਕਹਿਣ ਲੱਗਾ ਗੁਰੂ ਨਾਨਕ ਮਹਾਰਾਜ ਨੂੰ, ਐ ਕਾਫਰ, ਤੁਸੀਂ ਝੂਠ ਬੋਲਿਆ ਸਾਡੇ ਇਲਾਕੇ ਵਿੱਚ ਆ ਕੇ, ਤੁਸੀਂ ਕੁਫਰ ਝੂਠ ਬੋਲਿਆ ਹੈ। ਕੋ ਹੈ ਤੂੰ ਕਹਿੰਦੇ ਚੱਲ ਆਵਾ। ਤੁਸੀਂ ਕੌਣ ਹੋ? ਕਿੱਥੋਂ ਚੱਲ ਕੇ ਆਏ ਹੋ? ਇਹ ਸਾਡਾ ਸ਼ਹਿਰ ਹੈ, ਤੁਸੀਂ ਇੱਥੇ ਕਿਉਂ ਚੱਲ ਕੇ ਆਏ ਹੋ? ਕਰਾਮਾਤ ਕਰ ਬੜੀ ਦਿਖਾਈ। ਤੁਸੀਂ ਬੜੀ ਵੱਡੀ ਕਰਾਮਾਤ ਇੱਥੇ ਵਿਖਾਈ ਹੈ। ਦੇਖੋ ਸਾਡੇ ਸਾਰੇ ਬੰਦੇ ਤੁਸੀਂ ਮੂਰਤੀ ਬਣਾ ਛੱਡੇ। ਲੱਖ ਪਤਾਲ ਨਬ ਖਬਰ ਸੁਨਾਈ। ਤੁਸੀਂ ਇੱਥੇ ਕੀ ਆਖਦੇ ਪਏ ਹੋ? ਕੁਫਰ ਆਖਦੇ ਪਏ ਹੋ? ਤੁਸੀਂ ਆਖਦੇ ਪਤਾਲ ਅਤੇ ਆਕਾਸ਼ ਲੱਖਾਂ ਹਨ। ਪੁਨ ਸਰੋਦ ਮਨ ਚੰਚਲ ਕਰਈ। ਫਿਰ ਤੁਸੀਂ ਦੂਜਾ ਕੰਮ ਬੁਰਾ ਕੀਤਾ ਹੈ। ਚਲੋ ਮੰਨ ਲਿਆ, ਪਤਾਲ ਅਤੇ ਆਕਾਸ਼ ਲੱਖਾਂ ਤੁਸੀਂ ਆਖਦੇ ਹੋ, ਮੰਨ ਲਈ ਤੁਹਾਡੀ ਗੱਲ। ਤੁਸੀਂ ਦੂਜੀ ਗੱਲ ਝੂਠ ਬੋਲੀ ਹੈ ਕਿ ਸਰੋਤ ਕਹਿੰਦੇ ਰਾਗ ਨੂੰ। ਇਹ ਰਾਗ ਤੁਸੀਂ ਇੱਥੇ ਗਾਇਨ ਕੀਤਾ, ਕਿਉਂ ਗਾਇਨ ਕੀਤਾ? ਰਾਗ ਤਾਂ ਮਨ ਨੂੰ ਚੰਚਲ ਕਰਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਚੰਚਲ ਕਹਿੰਦੇ ਚੱਲੀ ਜਾ, ਚੱਲੀ ਜਾ, ਮਨ ਤੁਰੀ ਜਾ, ਹਿੱਲੀ ਜਾ, ਹਿੱਲੀ ਜਾ। ਇਹ ਰਾਗ ਮਨ ਨੂੰ ਚੰਚਲ ਕਰਦਾ ਹੈ। ਦੱਸੋ ਤੁਸੀਂ ਕਿਉਂ ਆਖਿਆ ਇੱਥੇ? ਸੋ ਗਾਵਨ ਕੇ ਕਿਉਂ ਅਨੁਸਰੀ। ਤੁਸੀਂ ਇੱਥੇ ਕਿਉਂ ਗਾਇਨ ਕੀਤਾ ਰਾਗ? ਇਹ ਸਾਡੇ ਇਲਾਕੇ 'ਚ ਕਿਉਂ ਗਾਇਨ ਕੀਤਾ ਹੈ? ਬੇਮਰਿਆਦ ਦੋ ਤੈ ਕੀਨਾ। ਤੁਸੀਂ ਸਾਡੇ ਸ਼ਹਿਰ ਦੀ ਮਰਿਆਦਾ ਤੋੜੀ ਹੈ, ਬਣਾਈ ਨਹੀਂ, ਤੋੜੀ ਹੈ। ਤੁਸੀਂ ਦੋ ਕੰਮ ਬੇਮਰਿਆਦਾ ਇੱਥੇ ਕੀਤੇ ਹਨ। ਜਾਂ ਤੇ ਅਮ ਦਰਵੇਸ਼ ਨਚੀਨਾ। ਇਸ ਕਰਕੇ ਅਸੀਂ ਤੁਹਾਨੂੰ ਦਰਵੇਸ਼ ਨਹੀਂ ਜਾਣਦੇ। ਤੁਸੀਂ ਦਰਵੇਸ਼ ਨਹੀਂ, ਤੁਸੀਂ ਤਾਂ ਆਮ ਕੋਈ ਕਾਫਰ ਹੋਵੋਗੇ। ਇਨਕੇ ਉੱਤਰ ਆਪ ਉਚਾਰੋ। ਜੇ ਤੁਸੀਂ ਕੋਈ ਦਰਵੇਸ਼ ਹੋ ਤਾਂ ਉੱਤਰ ਦਿਓ ਇਹਨਾਂ ਦੇ। ਫਿਰ ਤੁਹਾਡੇ ਕੋਈ ਕਲਾ ਹੈ, ਕੋਈ ਗਿਆਨ ਹੈ, ਉੱਤਰ ਦਿਓ ਇਹਨਾਂ ਦੇ। ਨਾ ਤੁਰ ਦੇਸ਼ ਤੇ ਵੈਰ ਸਿਧਾਰੋ। ਨਹੀਂ ਤਾਂ ਹੁਣੇ ਹੀ ਸਾਡੇ ਦੇਸ਼ ਤੋਂ ਬਾਹਰ ਚਲੇ ਜਾਓ। ਤੁਸੀਂ ਜੋ ਵੀ ਹੋ, ਦਰਵੇਸ਼ ਹੋ, ਉੱਤਰ ਦੇਵੋ।
ਜੇ ਨਹੀਂ ਹੋ ਤਾਂ ਸਾਡੇ ਸ਼ਹਿਰ ਤੋਂ ਬਾਹਰ ਚਲੇ ਜਾਓ। ਗੰਜਨ ਗਰਭ ਗੁਰੂ ਗੁਣ ਖਾਨੀ। ਗੰਜਨ ਗਰਭ ਅਹੰਕਾਰ ਨੂੰ ਦੂਰ ਕਰਨ ਵਾਲੇ ਗੁਰੂ ਗੁਣ ਖਾਨੀ, ਗੁਰੂ ਮਹਾਰਾਜ ਗੁਣਾ ਦੀ ਖਾਨ ਹਨ। ਦਸਤਗੀਰ ਸੰਗ ਭਾਖੀ ਬਾਨੀ। ਤੇ ਗੁਰੂ ਨਾਨਕ ਪਾਤਸ਼ਾਹ ਜੀ ਦਸਤਗੀਰ ਨੂੰ ਆਪਣੇ ਮੁਖਾਰ ਬਿੰਦ ਤੋਂ ਬਚਨ ਕਹਿਣ ਲੱਗੇ। ਜੇ ਸਰੋਧ ਕੀ ਨਿੰਦੇ ਉਚਾਰੀ। ਐ ਪੀਰ ਤੂੰ ਰਾਗ ਦੀ ਨਿੰਦਾ ਕਰਦਾ? ਨਾ ਨਾ, ਨਿੰਦਾ ਨਾ ਕਰ ਰਾਗ ਦੀ। ਜੇ ਸਰੋਧ ਕੀ ਨਿੰਦ ਉਚਾਰੀ, ਜਿਸ ਰਾਗ ਦੀ ਤੁਸੀਂ ਨਿੰਦਾ ਕਰਦੇ ਹੋ, ਤੇ ਕੀ ਰੀਤ ਸੁਨੋ ਸੁਖਕਾਰੀ। ਉਹ ਸੁਣ ਤਾਂ ਲੈ, ਉਹਦੀ ਮਰਿਆਦਾ ਕੀ ਹੈ? ਰਾਗ ਤਾਂ ਸੁਖ ਦੇਣ ਵਾਲਾ ਹੈ। ਸ਼੍ਰੀ ਕਰਤਾਰ ਸਿਫਤ ਮੈਂ ਗਾਵੇ। ਜਿਹੜਾ ਪ੍ਰੇਮ ਵਿੱਚ ਰੱਬ ਦੀ ਸਿਫਤੀ ਵਿੱਚ ਕੋਈ ਗਾਉਂਦਾ ਹੈ, ਪ੍ਰੇਮ ਵਿੱਚ ਗਾਵੇ ਨਾ, ਰੱਬ ਦੀ ਸਿਫਤੀ ਵਿੱਚ ਕੋਈ ਗਾਵੇ। ਬਸ ਜੈ ਹੈ ਮਨ ਬੌਰ ਕਮਾਵੇ। ਤੇ ਖਾਲਸਾ ਰਾਗ ਉਹਦੇ ਹਿਰਦੇ 'ਚ ਵਸ ਜਾਂਦਾ ਹੈ। ਕੋਈ ਵੀ ਪੰਕਤੀ ਗਾ ਲੋ, ਰਾਮ ਰਸ ਪੀਆਰੇ, ਇਹ ਰਾਗ ਹੈ। ਜਿਤਨਾ ਜਿਤਨਾ ਤੁਸੀਂ ਕਹਿ ਲੋ ਅੰਦਰ ਮਿੱਠਾ ਪਾ ਕੇ, ਪ੍ਰੇਮ ਪਾ ਕੇ ਰਸ ਪਾ ਗਾਓਗੇ, ਰਾਗ ਬਣ ਜਾਏਗਾ। ਰਾਮ ਰਸ ਪੀਆਰੇ, ਜਿਹ ਰਸ ਬਿਸਰ ਗਏ ਰਸ ਔਰ। ਤੇ ਬੰਦਾ ਉਹਦੇ ਵਿੱਚ ਹੀ ਭਿੱਜ ਜਾਂਦਾ ਹੈ। ਸੁਨੇ ਰਾਗ ਰਸ ਲੇਵਨ ਕਾਰਨ। ਭਾਈ ਰਾਗ ਸੁਣੋ ਰਸ ਲੈਣ ਲਈ, ਦੁਨਿਆਵੀ ਰਸ ਨਹੀਂ, ਆਤਮ ਰਸ ਲੈਣ ਲਈ ਰਾਗ ਸੁਣੋ। ਵੈ ਤਿਸ ਮੈਂ ਹਰ ਨਾਮ ਉਚਾਰਨ। ਜਿਹੜਾ ਰਾਗ ਰਸ ਪ੍ਰਾਪਤ ਕਰਨਾ, ਨਾਮ ਦਾ ਉਚਾਰਨ ਕਰੋ, ਰੱਬ ਦੀ ਸਿਫਤੀ ਕਰੋ। ਹਿਰਦੇ ਹੁਲਸਾਵੇਂ ਜਗਿਆਸੀ। ਤੇ ਜਗਿਆਸੂ ਦਾ ਹਿਰਦਾ ਹੁਲਸਾਵਾਨ ਹੋ ਜਾਂਦਾ। ਹੁਲਸਾ ਕਹਿੰਦੇ ਖਿੜਾ ਦਿੰਦਾ ਹੈ। ਇਹ ਰਾਗ ਵਿੱਚ ਗਾਣਾ, ਰਾਗ ਵਿੱਚ ਰੱਬ ਦਾ ਨਾਮ ਜਪਣਾ, ਪ੍ਰੇਮ ਵਿੱਚ ਆ ਕੇ ਜੁੜਨਾ, ਕਿਸੇ ਜਗਿਆਸੂ ਦਾ ਹਿਰਦਾ ਵੀ ਖਿੜ ਜਾਂਦਾ ਹੈ। ਰਚੇ ਸੰਗ ਸ਼੍ਰੀ ਪ੍ਰਭ ਅਬਿਨਾਸ਼ੀ। ਤੇ ਇਸ ਤਰ੍ਹਾਂ ਉਹ ਗਾਇਨ ਕਰਦਾ ਕਰਦਾ ਵਾਹਿਗੁਰੂ ਅਬਿਨਾਸ਼ੀ ਪ੍ਰਮਾਤਮਾ ਦੇ ਵਿੱਚ ਜਾ ਕੇ ਸਮਾ ਜਾਂਦਾ ਹੈ। ਕਲ ਮੈਂ ਉਹ ਤੋਂ ਉਪਾਏ ਨਾ ਓਰੇ। ਪੀਰ ਜੀ ਕਲਯੁਗ ਦਾ ਸਮਾਂ ਹੈ, ਇਸ ਤੋਂ ਵੱਡਾ ਕੋਈ ਹੋਰ ਉਪਾਅ ਨਹੀਂ ਹੈ। ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਇਹ ਕੀਰਤਨ ਦੀ ਪ੍ਰਧਾਨਤਾ ਹੈ, ਰਾਗ ਦੀ ਪ੍ਰਧਾਨਤਾ ਹੈ। ਸਾਚ ਕਹੋ ਸੁਨ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਗੋਬਿੰਦ ਭਾਉ ਭਗਤ ਕਾ ਭੁੱਖਾ ਪ੍ਰੇਮ ਵੱਡਾ ਹੈ। सम्मण जो इस प्रेम की दम क्यों होती साठ, रावण होते सो रंक नह, जिन सिर दीने काट। प्रेम दी बड़ी वड्डी कला है, ਇਹ ਪ੍ਰੇਮ ਦਾ ਕੋਈ ਮੁੱਲ ਨਹੀਂ ਪਾ ਸਕਦਾ। ਕੀਰਤ ਕਰ ਇਉ ਤਰੇ ਕਰੋ ਰੇ। ਪੀਰ ਜੀ ਇਸ ਤਰ੍ਹਾਂ ਰੱਬ ਦੀ ਸਿਫਤੀ ਕਰਦੇ ਕਰਦੇ, ਰੱਬ ਦਾ ਨਾਮ ਜਪਦੇ ਜਪਦੇ, ਪ੍ਰੇਮ ਨਾਲ ਰਾਗਾਂ ਵਿੱਚ ਰੱਬ ਨੂੰ ਗਾਉਂਦੇ ਗਾਉਂਦੇ ਕਰੋੜਾਂ ਹੀ ਤਰ ਗਏ। ਇਤਨੇ ਤਰ ਗਏ ਉਹਨਾਂ ਦੀ ਗਿਣਤੀ ਨਹੀਂ। ਜਾਂ ਤੇ ਰਾਗ ਰੀਤ ਅਮ ਕੀਨੀ। ਇਸ ਕਰਕੇ ਅਸੀਂ ਰਾਗ ਨੂੰ ਗਾਇਨ ਕੀਤਾ ਹੈ। ਸਾਡੇ ਰੱਬ ਦੇ ਦਰ ਤੇ ਰਾਗ ਵਿਸ਼ੇਸ਼ ਤੌਰ ਤੇ ਮੰਨਿਆ ਜਾਂਦਾ ਹੈ। ਅਸੀਂ ਤਾਂ ਗੁਰਮਤ ਨੂੰ ਰਾਗ ਦੇ ਆਧਾਰ ਤੇ ਰੱਖਿਆ। ਗੁਰਮਤ ਹੈ ਪਰ ਰਾਗ ਨਾਲ ਜੋੜ ਕੇ ਖਾਲਸਾ, ਇਕੱਲਾ ਰਾਗ ਨਹੀਂ। ਪਹਿਲਾਂ ਗੁਰੂ ਦੀ ਮੱਤ ਲੈ ਕੇ ਫਿਰ ਰੱਬ ਨੂੰ ਗਾਣਾ ਹੈ। ਜੇ ਪਹਿਲਾ ਰਾਗ ਹੋ ਜੇ ਤਾਂ ਫਿਰ ਖਾਲਸਾ ਰਾਗ ਇਕੱਲਾ ਹੀ ਰਹਿ ਜਾਂਦਾ, ਰੱਬ ਦਾ ਜਸ ਮਿਟ ਜਾਂਦਾ ਹੈ। ਗੁਰੂ ਦੀ ਮੱਤ ਨੂੰ ਗਾਉਣਾ ਹੈ, ਰੱਬ ਦਾ ਜਸ ਗਾਣਾ ਹੈ ਪ੍ਰੇਮ ਦੇ ਵਿੱਚ ਆ ਕੇ। ਰਸ ਹਿਤ ਸਿਫਤ ਜਾਏ ਮਤ ਪੀਨੀ। ਤੇ ਇਸ ਤਰ੍ਹਾਂ ਜਦੋਂ ਰੱਬ ਦਾ ਨਾਮ ਰਸ ਲੈਂਦਿਆਂ, ਰੱਬ ਦੀ ਸਿਫਤੀ ਕਰਦਿਆਂ ਮਤ ਭਿੱਜੀ ਜਾਵੇ। ਕਹਿਓ ਜੋ ਤੁਮ ਚੰਚਲ ਮਤ ਕਰਈ। ਤੇ ਉਹਦਾ ਤੇ ਬੇੜਾ ਜੀਂਦੇ ਜੀ ਪਾਰ ਹੈ ਭਾਈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਜੀਂਦੇ ਜੀ ਮੁਕਤ ਹੈ ਭਾਈ, ਜਿਹੜਾ ਇਸ ਰਸ ਵਿੱਚ ਭਿੱਜ ਜਾਵੇ। ਤੇ ਪੀਰ ਜੀ ਜੋ ਤੁਸੀਂ ਆਖਦੇ ਹੋ ਕਿ ਰਾਗ ਮਨ ਨੂੰ ਚੰਚਲ ਕਰਦਾ ਹੈ, ਉਹਦੇ ਬਾਰੇ ਵੀ ਸੁਣ ਲਓ। ਵਿਸ਼ੇ ਵਿਖੇ ਮਨ ਕੋ ਸੰਚਰੀ। ਉਹ ਭਾਈ ਜਿਹੜਾ ਵਿਸ਼ੇ ਵਿਕਾਰਾਂ ਦੇ ਨਾਲ ਗਲਤਾਨ ਹੋਵੇ,
ਬੁਰੇ ਖਿਆਲਾਂ ਨਾਲ ਬੁਰੇ ਕੋਈ ਕਵਿਤਾ ਗਾਵੇ ਜਿਹਦੀ ਲੱਚਰ ਕਵਿਤਾ ਹੋਵੇ। ਸੋ ਤੋ ਕਾਮ ਚੇਸ਼ਟਾ ਮਾਈ। ਇਹ ਦੁਨਿਆਵੀ ਗਾਣੇ ਇਹੀ ਹਨ ਭਾਈ, ਦੇਖੋ ਫਰਕ ਹੈ ਨਾ। ਇੱਕ ਪਾਸੇ ਗੁਰੂ ਪਾਤਸ਼ਾਹ ਕਹਿੰਦੇ, ਗੁਰੂ ਤੇਗ ਬਹਾਦਰ ਮਹਾਰਾਜ, ਰਾਗ ਦੇਵ ਗੰਧਾਰੀ, ਨਾਨਕ ਭੌਜਲ ਪਾਰ ਪਰੈ ਜੋ ਗਾਵੇ ਪ੍ਰਭ ਕੇ ਗੀਤ। ਫਿਰ ਕਬੀਰ ਸਾਹਿਬ ਤੇ ਆ ਜਾਓ, ਲੋਕ ਜਾਣੈ ਇਹੋ ਗੀਤ ਹੈ, ਇਹੋ ਤੋਂ ਬ੍ਰਹਮ ਵਿਚਾਰ। ਇਹ ਗੀਤ ਹੈ ਲੋਕਾਂ ਲਈ, ਪਰ ਇਹ ਗੀਤ ਰੱਬ ਦੀ ਵਿਚਾਰ ਹੈ। ਤੇ ਦੁਨਿਆਵੀ ਸੌਂਗ ਦੇਖ ਲਓ, ਉਹਨਾਂ 'ਚ ਤਾਂ ਲੱਚਰਪੁਣਾ ਭਰਿਆ ਹੋਇਆ ਹੈ ਨਾ ਫਰਕ। ਰੱਬ ਦੀ ਸਿਫਤ ਗਾਓਗੇ ਇਸ ਰਾਗ ਵਿੱਚ, ਦੇਖੋ ਉਹੀ ਤਾਲਾਂ ਹਨ, ਸਾਧ ਸੁਰਾ ਲੈ ਚੱਲ ਹੈ, ਸਾਰੇ ਗਾ ਮਾ ਪਾ ਦਾ ਨੀ। ਅੱਗੇ ਫਿਰ ਸਾ ਆ ਗਿਆ, ਰੋਹੀ ਅਵਰੋਹੀ ਇਹਨੂੰ ਕਹਿੰਦੇ, ਰੋਹੀ ਚੜ੍ਹਦਾ ਪੱਖ, ਅਰੋਹੀ ਲਹਿੰਦਾ ਪੱਖ। ਸਾਰੇ ਗਾ ਮਾ ਪਾ ਦਾ ਨੀ, ਫਿਰ ਸਾ ਬੈਕ ਆ ਜਾਏਗਾ, ਉਹਨੂੰ ਕਹਿੰਦੇ ਅਵਰੋਹੀ। ਇਹਨਾਂ ਸੱਤ ਸੁਰਾਂ ਨਾਲ ਲੱਖਾਂ ਰਾਗ ਬਣ ਜਾਂਦੇ ਖਾਲਸਾ ਜੀ। ਤੇ ਉਹੀ ਰਾਗ ਦੁਨਿਆਵੀ ਲਿਚਰ ਗਾਣੇ ਵੀ ਗਾਉਂਦੇ, ਉਹਨਾਂ 'ਚ ਹੀ ਗਾਉਂਦੇ, ਉੱਥੇ ਕਾਮ ਚੇਸ਼ਟਾ ਪੈਦਾ ਹੁੰਦੀ ਹੈ। ਤੇ ਇਹ ਗੁਰੂ ਕੀ ਬਾਣੀ ਜਿਹੜਾ ਕੋਈ ਗਾਵੇ ਤੇ ਉਹਦੇ ਅੰਦਰ ਰਸ ਪੈਦਾ ਹੁੰਦਾ ਹੈ। ਨਾਨਕ ਭੌਜਲ ਪਾਰ ਪਰੈ ਜੋ ਗਾਵੇ ਪ੍ਰਭ ਕੇ ਗੀਤ, ਜੋ ਗਾਵੇ ਪ੍ਰਭ ਕੇ ਗੀਤ। ਗਾਵੇ ਪ੍ਰਭ ਕੇ ਗੀਤ, ਜੋ ਗਾਵੇ ਪ੍ਰਭ ਕੇ ਗੀਤ। ਜੋ ਗਾਵੇ ਪ੍ਰਭ ਕੇ ਗੀਤ, ਜੋ ਗਾਵੇ ਪ੍ਰਭ ਕੇ ਗੀਤ। ਜੋ ਗਾਵੇ ਪ੍ਰਭ ਕੇ ਗੀਤ, ਜੋ ਗਾਵੇ ਪ੍ਰਭ ਕੇ ਗੀਤ। ਇਹ ਰੱਬ ਦੇ ਗੀਤ ਹਨ ਭਾਈ। ਭਾਂਡਾ ਉਹੀ ਹੈ, ਉਸ ਭਾਂਡੇ 'ਚ ਮਧਰਾ ਪਾ ਲਓ, ਉਸ ਭਾਂਡੇ 'ਚ ਅੰਮ੍ਰਿਤ ਪਾ ਲਓ ਭਾਈ। ਬੁੱਧੀ ਰੂਪੀ ਭਾਂਡਾ ਤੇ ਉਹੀ ਹੈ ਨਾ। ਇਸ ਭਾਂਡੇ ਤੁਸੀਂ ਕੋਈ ਵਿਸ਼ੇ ਵਿਕਾਰ ਪਾ ਲਓ, ਬੁਰੇ ਖਿਆਲ ਪਾ ਲਓ, ਇਸੇ ਬੁੱਧੀ ਤੁਸੀਂ ਆਤਮ ਰਸ ਪਾ ਲਓ। ਆਤਮ ਰਸ ਪਾਓਗੇ ਬੁੱਧੀ ਬਣੇਗੀ ਆਤਮ ਵਿਸ਼ੈਣੀ, ਤੇ ਵਿਕਾਰ ਪਾਓਗੇ ਬੁੱਧੀ ਬਣੇਗੀ ਵਿਕਾਰਾਂ ਦੇ ਸਹਿਤ। ਬਸ ਇਹੀ ਰਾਗ ਹੈ। ਰਾਗ ਇੱਕ ਭਾਂਡਾ ਹੈ। ਲੱਚਰ ਗੀਤ ਪਾਓਗੇ, ਕਾਮ ਚੇਸ਼ਟਾ ਪਾਓਗੇ ਤੇ ਕਾਮ ਚੇਸ਼ਟਾ ਹੀ ਵਧੇਗੀ ਭਾਈ। ਤੇ ਉਸ ਰਾਗ 'ਚ ਗੁਰੂ ਕੀ ਬਾਣੀ ਪਾਓਗੇ, ਵਾਹਿਗੁਰੂ ਪਾਓਗੇ, ਅੱਲਾਹ ਤਾਲਾ ਦਾ ਨਾਮ ਪਾਓਗੇ, ਤੇ ਰਾਸੀ ਬਾਹਰ ਆਉਣਾ ਹੈ। ਕਰੇ ਸਰੋਦ ਸੇ ਨਰਕ ਸਿਧਾਈ। ਤੇ ਭਾਈ ਉਹ ਜਿਹੜੇ ਰਾਗ ਗਾਉਂਦੇ ਉਹ ਨਰਕਾਂ ਵੱਲ ਜਾਂਦੇ ਹਨ, ਗੁਰੂ ਕੇ ਪਿਆਰੇ ਨਹੀਂ ਜਾਂਦੇ। ਜਿਹੜੇ ਨਾਮ ਰਸ ਵਿੱਚ ਭਿੱਜੇ ਹੋਣ ਉਹ ਨਰਕਾਂ ਵੱਲ ਨਹੀਂ ਜਾਂਦੇ। ਅਬ ਦੂਸਰ ਉੱਤਰ ਸੁਨ ਕਾਨੀ। ਹੁਣ ਦੂਜਾ ਉੱਤਰ ਵੀ ਸੁਣ ਲਓ। ਪੀ ਜੀ ਤੁਸੀਂ ਆਖਿਆ ਲੱਖਾਂ ਪਤਾਲ ਆਕਾਸ਼, ਤੁਹਾਨੂੰ ਵਿਖਾ ਦਿੰਨੇ ਆ। ਤੇ ਮਹਾਰਾਜ ਹੁਣ ਵਿਖਾਣਗੇ, ਸੁਣੋ ਭਾਈ। ਪਤਾਲ ਅਤੇ ਆਕਾਸ਼ ਲੱਖਾਂ ਹਨ, ਉਹ ਪਾਸ਼ਾ ਸਾਹਮਣੇ ਦਿਖਾਣਗੇ। ਪਹਿਲਾਂ ਦਿਖਾ ਦੀ, ਫਿਰ ਗੱਲ ਸਪਸ਼ਟ ਹੋ ਜਾਂਦੀ ਹੈ ਖਾਲਸਾ ਜੀ। ਕਹਿਣਾ ਕੁਝ ਹੋਰ ਹੈ ਖਾਲਸਾ ਜੀ, ਉਹ ਬਸ ਦਿਖਾ ਦਿਓ ਵੀ ਇਹ ਸਾਹਮਣੇ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ। ਤੇ ਕਿਵੇਂ ਵਿਖਾਉਣਗੇ ਗੁਰੂ ਨਾਨਕ ਪਾਤਸ਼ਾਹ? ਦਸਤਗੀਰ ਦੇ ਬੇਟੇ ਦੀ ਬਾਂਹ ਫੜ ਕੇ ਜਾਣਗੇ, ਅੱਖੀ ਮੀਟ ਗਿਆ ਹਵਾਈ। ਲੱਖਾਂ ਪਤਾਲ ਲੱਖਾਂ ਆਕਾਸ਼ ਵਿਖਾਣਗੇ, ਨਿਰਣਾ ਕਰਨਗੇ ਵੀ ਹੈ। ਤੁਹਾਡੇ ਵੀ ਝੂਠ ਨਹੀਂ ਬੋਲਦੇ, ਤੁਹਾਡੇ ਮੁਹੰਮਦ ਵਾਲਾ ਝੂਠੇ ਨਹੀਂ, ਤੁਹਾਡੀ ਕੁਰਾਨ ਝੂਠੀ ਨਹੀਂ। ਜਿਹਦੀ ਪਹੁੰਚ ਜਿਤਨੀ ਸੀ ਉਹਨੇ ਉਤਨਾ ਬਿਆਨ ਕਰਤਾ ਬਸ। ਗੁਰੂ ਪਾਤਸ਼ਾਹ ਦਾ ਕੋਈ ਸਿਧਾਂਤ ਕਿੰਨਾ ਵੱਡਾ ਹੈ। ਗੁਰੂ ਪਾਤਸ਼ਾਹ ਨੇ ਕਿਸੇ ਨੇ ਝੂਠਾ ਨਹੀਂ ਆਖਿਆ ਮਹਾਰਾਜ ਨੇ। ਨਾ ਮੁਹੰਮਦ ਸਾਹਿਬ ਝੂਠੇ, ਨਾ ਤੁਹਾਡੀ ਕੁਰਾਨ ਝੂਠੀ, ਪਰ ਰੱਬ ਦਾ ਜਿਹੜਾ ਨਾਮ ਹੈ, ਰੱਬ ਦਾ ਦਰ ਹੈ, ਉਹ ਬਸ ਉਹਦਾ ਅੰਤ ਪੈਂਦਾ ਹੀ ਨਹੀਂ, ਉਹ ਤਾਂ ਬੇਅੰਤ ਹੀ ਬੇਅੰਤ ਹੈ ਭਾਈ। ਜਿਹਦੀ ਸਤਿ ਸ੍ਰੀ ਅਕਾਲ। ਜਿਹਦੀ ਜਿਤਨੀ ਪਹੁੰਚ ਹੈ ਉਹਨੇ ਉਤਨਾ ਜਸ ਬਿਆਨ ਕਰਤਾ ਰੱਬ ਦਾ ਬਸ। ਜਿਹਦੀ ਜਿਤਨੀ ਸੁਰਤੀ ਜੁੜੀ ਉਹਨੇ ਉਤਨਾ ਰੱਬ ਨੂੰ ਕਹਿ ਲਓ ਨੇੜੇ ਹੋ ਕੇ ਜਾਣ ਲਿਆ। ਪਰ ਰੱਬ ਤਾਂ ਹੈ ਹੀ ਖਾਲਸਾ ਜੀ, ਉਹ ਬਸ ਅਗਮ ਅਗੋਚਰ ਹੈ। ਤੇ ਉਹਦੇ ਬਾਰੇ ਗੁਰੂ ਨਾਨਕ ਮਹਾਰਾਜ ਆਪ ਬਿਆਨ ਕਰਨਗੇ। ਆਪ ਜੀ ਸਮੇਂ ਅਨੁਸਾਰ ਸਰਵਣ ਕਰਨਾ ਜੀ। ਇਤਨੀਆਂ ਹੀ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਅੱਖਰ ਵਾਦ ਘਾਟ ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ